प्यारे विद्यार्थियों, स्वागत है तुहाडा मेरे यूट्यूब चैनल ਸਾਹਿਤਿਕ ਜਾਣਕਾਰੀ ਤੇ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸ਼ੇਖ ਫਰੀਦ ਜੀ ਦੇ ਸ਼ਬਦ ਤੇ ਸ਼ਲੋਕ ਪੜਾਂਗੇ ਤੇ ਉਹਨਾਂ ਦੀ ਵਿਆਖਿਆ ਕਰਾਂਗੇ। ਵੀਡੀਓ ਨੂੰ ਧਿਆਨ ਨਾਲ ਐਂਡ ਤੱਕ ਦੇਖੋ। ਸ਼ੇਖ ਫਰੀਦ ਜੀ ਦੇਖੋ, ਜਿਨ੍ਹਾਂ ਦਾ ਪੂਰਾ ਨਾਂ ਸ਼ੇਖ ਫਰੀਦੁਦੀਨ ਮਸਊਦ शकरगंज ਸੀ। ਪੰਜਾਬੀ ਦੇ ਪਹਿਲੇ ਸੂਫੀ ਕਵੀ ਹੋਏ ਹਨ ਤੇ ਆਪ ਦਾ ਜਨਮ ਹੈ ਜਿਹੜਾ ਉਹ ਜ਼ਿਲ੍ਹਾ ਮੁਲਤਾਨ ਦੇ ਪਿੰਡ ਖੋਤਵਾਲ, जो हुण चालुकी मशक यानी पाकिस्तान विच शेख जमालुद्दीन सुलेमान ते माता मरियम दे घर होया। ते आप ख्वाजा कुतुबुद्दीन बख्तियार काकी जी दे मुरीद सन। ते फरीद जी अपने निघे सुभाਅ, हलीमी ते मिठी जुबान करके पंजाब वासियों विच हरमन प्यारे सन। ते शेख फरीद जी की काव्य रचना जो श्री गुरु ग्रंथ साहिब जी दे विच दर्ज है, जिवें शब्दां ते शलोकां दे विच है। वेरवे मुताबक 112 सलोक है ते 4 शब्द है, जिन्हां दे विचों 2 शब्द है जिहड़े राग आसा विच है ते 2 शब्द है जिहड़े ओह राग सूही दे विच। ते आप दी रचना जिहड़ी मनुख नूं निमरता, प्यार ते हमदर्दी भरपूर सादा ते सच्चा सुच्चा जीवन जिउण ते रब दी भजन बंदगी करन दी प्रेरणा दिंदी है। ते आप भावें शरीयत विच रहण दी प्रेरणा दिंदे सन, परंतु आप दी रचना विच किधरे किधरे भी कट्टड़ता ते संकीर्णता दा रंग नहीं उभरदा ते आप दी भाषा जिहड़ी ओह आधुनिक पंजाबी दे बहुत नेड़े है। ਤੇ ਬਹੁਤਾ ਰੰਗ ਹੈ ਜਿਹੜਾ ਉਹ ਲਹਿੰਦੀ ਉਪਭਾਸ਼ਾ ਵਾਲਾ ਹੈ ਤੇ ਕਿਧਰੇ ਕਿਧਰੇ ਫਾਰਸੀ ਤੇ ਅਰਬੀ ਦੇ ਸ਼ਬਦ ਵੀ ਮਿਲਦੇ ਆ। ਠੀਕ ਹੈ, ਫਿਰ ਵੀ ਆਪ ਦੀ ਬੋਲੀ ਹੈ ਜਿਹੜੀ ਉਹ ਸਰਲ, ਠੇਠ ਤੇ ਸੰਜਮ ਵਾਲੀ ਹੈ ਤੇ ਆਪ ਨੇ ਆਪਣੀ ਕਾਵ ਰਚਨਾ ਵਿੱਚ ਬਿੰਬਾਂ ਤੇ ਅਲੰਕਾਰਾਂ ਦੀ ਚੋਣ ਆਮ ਲੋਕ ਜੀਵਨ ਦੇ ਵਿੱਚੋਂ ਲਈ ਹੈ। ਠੀਕ ਹੈ, ਆਮ ਲੋਕ ਜੀਵਨ ਜਿਵੇਂ ਬਿੰਬ ਜਾਂ ਅਲੰਕਾਰ ਪੜ੍ਹਿਆ ਨਾ ਆਪਾਂ ਵੀ, ਬਿੰਬ ਕੀ ਹੁੰਦੇ ਆ ਤੇ ਅਲੰਕਾਰ ਕੀ ਹੁੰਦੇ ਆ। ਇਹਨਾਂ ਬਾਰੇ ਸਪੈਸ਼ਲ ਵੀਡੀਓਜ਼ ਪਾਈਆਂ ਵੀ ਆਪਣੀਆਂ, ਇਹਨਾਂ ਬਾਰੇ ਪੜ੍ਹ ਚੁੱਕੇ ਹਾਂ ਅਸੀਂ। ਤੇ ਉਹ ਆ ਜਿਹੜੇ ਉਹ ਆਮ ਲੋਕ ਜੀਵਨ ਦੇ ਵਿੱਚੋਂ ਲਏ ਆ ਇਹਨਾਂ ਨੇ। ਤੇ ਸਾਡੀ ਅੱਜ ਦੀ ਇਸ ਪਾਠ ਪੁਸਤਕ ਦੇ ਵਿੱਚ ਜਿਹੜੀ +2 ਦੀ ਸਾਡੀ ਪੰਜਾਬੀ ਇਲੈਕਟਿਵ ਹੈ, ਇਹਦੇ ਵਿੱਚ ਆਪ ਦਾ 1 ਸ਼ਬਦ ਤੇ 12 ਸਲੋਕ ਹੈ ਜਿਹੜੇ ਉਹ ਸ਼ਾਮਿਲ ਕੀਤੇ ਗਏ ਆ। ਤੇ ਇਹਨਾਂ ਵਿੱਚ ਨਿਮਰਤਾ ਨਾਲ ਜੀਵਨ ਬਿਤਾਉਣ, ਸੰਸਾਰ ਦੀ ਨਾਸ਼ਮਾਨਤਾ ਨੂੰ ਦਰਸਾਉਂਦੇ ਹੋਏ ਨੇਕ ਕਰਮ ਤੇ ਪ੍ਰਭੂ ਦੀ ਭਗਤੀ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ। ਤੇ ਅਸੀਂ ਪੜਾਂਗੇ ਪਹਿਲਾਂ ਇਹਨਾਂ ਦਾ ਸ਼ਬਦ ਤੇ ਫਿਰ ਇਹਨਾਂ ਦੇ ਸਲੋਕ, ਨਾਲ ਨਾਲ ਆਪਾਂ ਇਹਨਾਂ ਦੇ ਅਰਥ ਕਰਾਂਗੇ। ਜਿਵੇਂ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ। ਠੀਕ ਹੈ, ਸ਼ਬਦ ਹੈ ਇਹਨਾਂ ਦਾ ਪਹਿਲਾ 1, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ। ਰਹਾਓ। ਪਹਿਲਾਂ ਇਹਨਾਂ 4 ਲਾਈਨਾਂ ਦੇ ਅਰਥ ਕਰਾਂਗੇ। ਠੀਕ ਹੈ, ਦਿਲੋਂ ਮੁਹੱਬਤ ਦੇਖੋ, ਜਿਨ੍ਹਾਂ ਨੇ ਦਿਲੋਂ ਪਿਆਰ ਕੀਤਾ। ਠੀਕ ਹੈ, ਮੁਹੱਬਤ ਹੁੰਦੀ ਹੈ ਪਿਆਰ। ਜਿਨ ਸੇਈ ਸੱਚਿਆ, ਜਾਨੀ ਸੇਈ ਹੁੰਦਾ ਉਹ, ਸੱਚਾ ਹੁੰਦਾ ਸੱਚਾ ਮਨੁੱਖ। ਠੀਕ ਹੈ, ਜਿਨ ਮਨ ਹੋਰ, ਜਿਨ੍ਹਾਂ ਨੂੰ ਮਨੋਂ ਹੋਰ ਹੈ ਗੱਲ ਤੇ ਮੁੱਖ ਤੇ ਹੋਰ ਹੁੰਦੀਆਂ। ਕਾਂਡੇ ਕੱਚਿਆਂ ਦਾ ਮਤਲਬ, ਕਾਂਡੇ ਹੁੰਦੇ ਕਹੇ ਜਾਂਦੇ ਆ, ਕੱਚਿਆ ਜਾਨੀ ਕੱਚੇ ਕਹੇ ਜਾਂਦੇ ਆ, ਝੂਠੇ ਕਹੇ ਜਾਂਦੇ ਆ। ਤੇ ਇਸ਼ਕ ਹੁੰਦਾ ਦੇਖੋ ਪਿਆਰ, ਤੇ ਭੋਏ ਧਰਤੀ, ਭੋਏ ਭਾਰਤੀ ਹੈ ਜਾਨੀ ਧਰਤੀ ਦੇ ਉੱਤੇ ਭਾਰ ਆ ਉਹ ਲੋਕ। ਠੀਕ ਹੈ, ਤੇ ਹੁਣ ਆਪਾਂ ਇਹਦਾ ਪਹਿਲਾਂ ਪ੍ਰਸੰਗ ਦੱਸਦੀ ਹਾਂ ਮੈਂ ਤੁਹਾਨੂੰ ਵੀ ਕਿਵੇਂ ਲਿਖਾਂਗੇ। ਇਹ ਕਾਵ ਟੋਟਾ ਮੱਧਕਾਲੀਨ ਪੰਜਾਬੀ ਕਾਵ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਸ਼ੇਖ ਫਰੀਦ ਜੀ ਦੇ ਸ਼ਬਦ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ ਵਿੱਚੋਂ ਲਿਆ ਗਿਆ ਹੈ। ਤੇ ਇਸ ਵਿੱਚ ਸ਼ੇਖ ਫਰੀਦ ਜੀ ਨੇ ਰੱਬ ਦੇ ਸੱਚੇ ਆਸ਼ਕ ਤੇ ਉਸ ਦੇ ਇਸ਼ਕ ਵਿੱਚ ਰੰਗੇ ਰਹਿਣ ਵਾਲੇ ਤੇ ਉਸ ਦੀ ਪਛਾਣ ਕਰਕੇ ਉਸ ਦਾ ਆਸਰਾ ਲੈਣ ਵਾਲੇ ਫਕੀਰਾਂ ਦੀ ਮਹਿਮਾ ਕਰਦਿਆਂ ਉਹਨਾਂ ਦੇ ਜਨਮ ਨੂੰ ਸਫਲ ਦੱਸਿਆ ਹੈ। ਤੇ ਇਹਨਾਂ ਸਤਰਾਂ ਦੇ ਵਿੱਚ ਦੇਖੋ ਸ਼ੇਖ ਫਰੀਦ ਜੀ ਨੇ ਰੱਬ ਦੇ ਸੱਚੇ ਆਸ਼ਕ ਦੀ ਮਹਿਮਾ ਕੀਤੀ ਹੈ। ਤਾਂ ਕੀ ਕਹਿੰਦੇ ਆ ਉਹ, ਇਹਦੇ ਵਿੱਚ ਦੇਖੋ ਸ਼ੇਖ ਫਰੀਦ ਜੀ ਫਰਮਾਉਂਦੇ ਹਨ ਕਿ ਜੋ ਮਨੁੱਖ ਰੱਬ ਦੇ ਪਿਆਰ ਵਿੱਚ ਰੱਤੇ ਹੋਏ ਹਨ, ਠੀਕ ਹੈ, ਰੰਗੇ ਹੋਏ ਹੈ ਰੱਬ ਦੇ ਦੀਦਾਰ ਦੇ ਵਿੱਚ, ਰੱਬ ਦੇ ਪਿਆਰ ਦੇ ਵਿੱਚ, ਉਹੀ ਅਸਲ ਮਨੁੱਖ ਹਨ। ਪਰ ਜਿਨ੍ਹਾਂ ਨੂੰ ਰੱਬ ਦਾ ਨਾਂ ਭੁੱਲ ਗਿਆ ਹੈ ਉਹ ਮਨੁੱਖ ਹੈ ਜਿਹੜੇ ਉਹ ਧਰਤੀ 'ਤੇ ਨਿਰਾ ਭਾਰ ਹਨ। ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ ਉਹੀ ਸੱਚੇ ਆਸ਼ਕ ਹਨ, ਪਰ ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਤੇ ਮੁੱਖ ਦੇ ਉੱਤੇ ਕੁਝ ਹੋਰ ਹੈ ਤਾਂ ਉਹ ਕੱਚੇ ਆਸ਼ਕ ਹਨ। ਅੱਗੇ ਹੈਗਾ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਨੇਂਦੀ ਮਾਓ ਆਏ ਸਫਲ ਸੇ। ਇਹਨਾਂ ਦੇ ਵਿੱਚ ਦੇਖੋ ਪਹਿਲਾਂ ਕੱਲੇ ਕੱਲੇ ਦਾ ਅਰਥ ਮੈਂ ਤੁਹਾਨੂੰ ਦੱਸਦਾ। ਆਪ ਲੀਏ ਲੜ ਲਾਏ, ਜਿਨ੍ਹਾਂ ਨੇ ਆਪ ਲੜ ਦੇ ਨਾਲ, ਪ੍ਰਭੂ ਪਰਮਾਤਮਾ ਦੇ ਲੜ ਦੇ ਨਾਲ ਜਿਨ੍ਹਾਂ ਨੂੰ ਲਾ ਲਿਆ ਹੈ ਪ੍ਰਭੂ ਨੇ ਆਪ। ਠੀਕ ਹੈ, ਉਹ ਜਿਹੜੇ ਦਰਵੇਸ਼ ਹੈ ਜਿਹੜੇ ਉਹ ਉਹਦੇ ਦਰ ਦੇ ਉੱਤੇ ਆਉਂਦੇ ਆ, ਦਰਵਾਜ਼ੇ ਦੇ ਉੱਤੇ ਆ ਜਾਂਦੇ ਆ ਪਰਮਾਤਮਾ ਦੇ। ਤੇ ਉਹ ਜੇ ਫਕੀਰ ਤਿੰਨ ਧਨ ਜਨੇਂਦੀ ਵੀ ਜਾਣੀ 3 ਉਹਨਾਂ ਨੂੰ, 3 ਜਾਣੀ ਉਹਨਾਂ ਨੂੰ। ਠੀਕ ਹੈ, ਜਿਹੜੇ ਵੀ ਤਿੰਨਾਂ ਦੀ ਗੱਲ ਕੀਤੀ ਗਈ ਹੈ ਫਕੀਰਾਂ ਦੀ। ਧਨ ਹੈ ਉਹ ਮਾਂ, ਜਨੇਂਦੀ ਹੁੰਦੀ ਹੈ ਜਨਮ ਦੇਣ ਵਾਲੀ, ਮਾਓ ਜਾਣੀ ਮਾਂ। ਠੀਕ ਹੈ, ਜਿਨ੍ਹਾਂ ਨੇ ਕੀ, ਜਿਹਦੇ ਕਰਕੇ ਕੀ ਆ ਉਹ ਜੱਗ ਦੇ ਉੱਤੇ ਆਏ ਆ ਤੇ ਉਹਨਾਂ ਦਾ ਜੱਗ 'ਤੇ ਆਉਣਾ ਸਫਲ ਹੋ ਗਿਆ।
ਇਹ ਮਤਲਬ ਹੈ ਇਹਨਾਂ ਲਾਈਨਾਂ ਦਾ। ਪਰ ਮੈਂ ਤੁਹਾਨੂੰ ਸਿੱਧੀਆਂ ਲਾਈਨਾਂ ਦੇ ਵਿੱਚ ਦੱਸਦਾ। ਦੇਖੋ, ਸ਼ੇਖ ਫਰੀਦ ਜੀ ਫਰਮਾਉਂਦੇ ਹਨ ਕਿ ਉਹੀ ਮਨੁੱਖ ਰੱਬ ਦੇ ਦਰ ਦੇ ਫਕੀਰ ਹਨ, ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦੀ ਖੈਰ ਮੰਗ ਸਕਦੇ ਹਨ ਜਿਨ੍ਹਾਂ ਨੂੰ ਰੱਬ ਨੇ ਆਪਣੇ ਲੜ ਲਾਇਆ ਹੈ, ਅਤੇ ਉਹਨਾਂ ਨੂੰ ਜਨਮ ਦੇਣ ਵਾਲੀ ਮਾਂ ਹੈ ਜਿਹੜੀ ਉਹ ਭਾਗਾਂ ਵਾਲੀ ਹੈ, ਅਤੇ ਉਹਨਾਂ ਦਾ ਜਗਤ ਵਿੱਚ ਆਉਣਾ ਸਫਲ ਹੈ। ਅੱਗੇ ਹੈਗਾ, ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ, ਜਿੰਨਾ ਪਛਾਤਾ ਸੱਚ ਚੁੰਮਾ ਪੈਰ ਮੂੰਹ। ਪਰਵਤਗਾਰ ਕਿਹਾ ਗਿਆ ਇੱਥੇ ਦੇਖੋ ਪ੍ਰਭੂ ਪਰਮਾਤਮਾ ਨੂੰ, ਪਾਲਣਹਾਰ ਨੂੰ। ਅਪਾਰ ਬੇਅੰਤ, ਠੀਕ ਹੈ, ਅਗੰਮ ਜਾਨੀ ਅਪਹੁੰਚ ਹੈ, ਅਤੇ ਬੇਅੰਤ ਅਪਾਰ ਇੱਕੋ ਹੀ ਗੱਲ ਆ ਗਈ ਇਹਦੇ ਵਿੱਚ। ਅਤੇ ਪਛਾਤਾ ਜਾਨੀ ਪਛਾਣ ਲਿਆ ਹੈ ਜਿਨ੍ਹਾਂ ਨੇ, ਠੀਕ ਹੈ। ਸੱਚ ਸੱਚਾ, ਚੁੰਮਾ ਦਾ ਮਤਲਬ ਚੁੰਮਣਾ, ਠੀਕ ਹੈ। ਪੈਰ ਜਾਨੀ ਪੈਰ ਚੁੰਮਣੇ, ਅਤੇ ਮੂੰਹ ਦਾ ਮਤਲਬ ਹੈਗਾ ਮੈਂ ਜਾਂ ਮੇਰਾ। ਤਾਂ ਇਹਦੇ ਵਿੱਚ ਦੇਖੋ ਲਾਈਨਾਂ, ਜਿਵੇਂ ਫਰੀਦ ਜੀ ਕੀ ਫਰਮਾਉਂਦੇ ਆ, ਸੰਬੋਧਨ ਕਰਦੇ ਹੋਏ ਕਹਿੰਦੇ ਆ ਪ੍ਰਭੂ ਪਰਮਾਤਮਾ ਨੂੰ ਵੀ ਹੇ ਪਾਲਣਹਾਰ, ਹੇ ਬੇਅੰਤ, ਹੇ ਅਪਹੁੰਚ ਪਰਮਾਤਮਾ, ਜਿਨ੍ਹਾਂ ਮਨੁੱਖਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਰਹਿਣ ਵਾਲਾ ਹੈ, ਮੈਂ ਉਹਨਾਂ ਦੇ ਪੈਰ ਚੁੰਮਦਾ ਹਾਂ, ਠੀਕ ਹੈ। ਇਹ ਇਹਨਾਂ ਲਾਈਨਾਂ ਦੇ ਅਰਥ ਹੈ। ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੇ ਖੈਰ ਦੀਜੇ ਬੰਦਗੀ। ਤਾਂ ਇਹਦੇ ਵਿੱਚ ਦੇਖੋ, ਪਨਾਹ ਦਾ ਮਤਲਬ ਹੁੰਦਾ ਆਸਰਾ, ਅਤੇ ਖੁਦਾਏ ਖੁਦਾ, ਹੇ ਖੁਦਾ, ਹੇ ਪਰਮਾਤਮਾ। ਬਖਸ਼ੰਦਗੀ ਦਾ ਮਤਲਬ ਹੈਗਾ ਬਖਸ਼ਣਹਾਰ, ਅਤੇ ਬੰਦਗੀ ਦਾ ਮਤਲਬ ਹੈਗਾ ਭਗਤੀ, ਠੀਕ ਹੈ। ਤਾਂ ਇੱਥੇ ਦੇਖੋ ਕੀ ਕਹਿੰਦੇ ਨੇ ਸ਼ੇਖ ਫਰੀਦ ਜੀ ਵੀ ਹੇ ਖੁਦਾ, ਮੈਨੂੰ ਇੱਕ ਤੇਰਾ ਹੀ ਆਸਰਾ ਹੈ, ਠੀਕ ਹੈ। ਤੇਰੀ ਪਨਾਹ ਹੈ, ਤੇਰਾ ਹੀ ਆਸਰਾ ਹੈ, ਤੂੰ ਪਾਪੀ ਬੰਦੇ ਨੂੰ ਬਖਸ਼ਣ ਵਾਲਾ ਹੈ। ਮੈਂ ਤੇਰੇ ਕੋਲੋਂ ਇਹੋ ਮੰਗਦਾ ਹਾਂ ਕਿ ਤੂੰ ਮੈਨੂੰ ਆਪਣੀ ਭਗਤੀ ਦੀ ਖੈਰ ਦੇ, ਤਾਂ ਜੋ ਮੈਂ ਸਦਾ ਲਈ ਤੇਰੇ ਨਾਮ ਵਿੱਚ ਜੁੜਿਆ ਰਹਾਂ, ਠੀਕ ਹੈ। ਅਤੇ ਅੱਗੇ ਦੇਖੋ, ਵੈਸੇ ਤਾਂ ਮੈਂ ਤੁਹਾਨੂੰ ਸਾਰਿਆਂ ਦੇ ਅਰਥ ਦੱਸ ਹੀ ਚੁੱਕੀ ਹਾਂ, ਪਰ ਫਿਰ ਵੀ ਸ਼ਬਦ ਅਰਥ ਇੱਥੇ ਜਿਹੜੇ ਲਿਖੇ ਹੋਏ ਆ ਇਹਦੇ ਵਿੱਚੋਂ, ਮੁਹੱਬਤ ਜਿਨ ਯਾਨੀ ਜਿਨ੍ਹਾਂ ਦੀ ਮੁਹੱਬਤ, ਸੱਚਿਆਂ ਦਾ ਮਤਲਬ ਸੱਚੇ ਆਸ਼ਕ ਜਾਂ ਸੱਚੀ ਮੁਹੱਬਤ ਕਰਨ ਵਾਲੇ, ਸੇਈ ਉਹੀ ਬੰਦੇ, ਠੀਕ ਹੈ। ਜਿਨ ਮਨ ਜਿਨ੍ਹਾਂ ਦੇ ਮਨ ਵਿੱਚ, ਮੁੱਖ ਮੂੰਹ ਵਿੱਚ ਯਾਨੀ ਮਨ ਵਿੱਚ ਕੁਛ ਹੋਰ ਅਤੇ ਮੁੱਖ ਮੂੰਹ ਦੇ ਵਿੱਚ ਕੁਛ ਹੋਰ, ਕਾਂਡੇ ਕਹੇ ਜਾਂਦੇ ਆ, ਕੱਚਿਆ ਯਾਨੀ ਕੱਚੀ ਪ੍ਰੀਤ ਵਾਲੇ ਕਹੇ ਜਾਂਦੇ ਆ। ਰਤੇ ਦਾ ਮਤਲਬ ਰੰਗੇ ਹੋਏ, ਅਤੇ ਇਸ਼ਕ ਦਾ ਮਤਲਬ ਪਿਆਰ ਮੁਹੱਬਤ। ਰੰਗ ਰੰਗ ਵਿੱਚ, ਭੋਏ ਹੁੰਦੀ ਹੈ ਧਰਤੀ ਉੱਤੇ। ਥੀਏ ਦਾ ਮਤਲਬ ਹੈਗਾ ਹੋ ਗਏ, ਠੀਕ ਹੈ, ਥੀਏ ਜਾਨੀ ਹੋ ਗਏ। ਲੜ ਪੱਲੇ ਨਾਲ ਜਾਨੀ ਪ੍ਰਭੂ ਦੇ ਪਰਮਾਤਮਾ ਦੇ ਲੜ ਦੇ ਨਾਲ, ਪੱਲੇ ਨਾਲ ਵੱਜ ਗਏ ਜੋ। ਦਰ ਦਾ ਮਤਲਬ ਹੁੰਦਾ ਪ੍ਰਭੂ ਦੇ ਦਰਵਾਜ਼ੇ 'ਤੇ, ਦਰ 'ਤੇ। ਸੇ ਉਹੀ ਬੰਦੇ। ਜਨੇਂਦੀ ਹੁੰਦੀ ਹੈ ਜੰਮਣ ਵਾਲੀ, ਧਨ ਹੁੰਦੀ ਹੈ ਭਾਗਾਂ ਵਾਲੀ। ਮਾਓ ਦਾ ਮਤਲਬ ਹੈ ਮਾਂ, ਅਤੇ ਪਰਵਤਗਾਰ ਪਾਲਣਹਾਰ। ਅਗਮ ਅਪਹੁੰਚ, ਤੂੰ ਦਾ ਮਤਲਬ ਹੈ ਤੈਨੂੰ। ਸੱਚ ਕਿਹਾ ਗਿਆ, ਸਦਾ ਸੱਚ ਬੋਲਣ ਵਾਲੇ ਨੂੰ ਸੱਚ ਕਿਹਾ ਗਿਆ। ਮੂੰਹ ਮੈਂ, ਪਨਾਹ ਦਾ ਮਤਲਬ ਹੈਗਾ ਓਟ ਜਾਂ ਪਨਾਹ, ਅਤੇ ਬਖਸ਼ੰਦਗੀ ਦਾ ਮਤਲਬ ਹੈਗਾ ਬਖਸ਼ਣਹਾਰਾ। ਅਤੇ ਹੁਣ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ ਦਾ ਕੇਂਦਰੀ ਭਾਵ ਕੀ ਬਣੂਗਾ, ਦੇਖੋ ਸਾਡੇ ਕੋਲੇ, ਮਨੁੱਖ ਨੂੰ ਹਰ ਸਮੇਂ ਪਰਮਾਤਮਾ ਦੀ ਬੰਦਗੀ ਦੀ ਖੈਰ ਮੰਗਣੀ ਚਾਹੀਦੀ ਹੈ, ਤਾਂ ਜੋ ਉਹ ਹਰ ਸਮੇਂ ਉਸ ਦੇ ਨਾਮ ਦੇ ਨਾਲ ਜੁੜਿਆ ਰਹਿ ਸਕੇ। ਤਾਂ ਅੱਗੇ ਆ ਗਏ ਦੇਖੋ ਸਾਡੇ ਕੋਲੇ ਸਲੋਕ, ਠੀਕ ਹੈ। ਸਲੋਕਾਂ ਦੇ ਵਿੱਚ ਕੀ ਹੈ, ਸਭ ਤੋਂ ਪਹਿਲਾ ਸਲੋਕ ਸ਼ੇਖ ਫਰੀਦ ਜੀ ਦਾ, ਫਰੀਦਾ ਥੀਓ ਪਵਾਹੀ ਦੱਬ, ਜੇ ਸਾਈਂ ਲੋੜੇ ਸਭ, ਇੱਕ ਛਿੱਜੇ ਬੀਆ ਲਤਾੜੀ ਹੈ, ਤਾਂ ਸਾਈਂ ਦੇ ਦਰ, ਠੀਕ ਹੈ। ਤਾਂ ਅਰਥ ਕੀ ਨੇ ਇਹਨਾਂ ਦੇ, ਦੇਖੋ ਫਰੀਦ ਜੀ ਆਪਣੇ ਆਪ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਆ, ਠੀਕ ਹੈ। ਇਹਦੇ ਵਿੱਚ ਉਹ ਆਪਦੇ ਆਪ ਨੂੰ ਕਹਿੰਦੇ ਹੋਏ ਫਰਮਾਉਂਦੇ ਆ, ਕੀ ਕਹਿੰਦੇ ਆ ਵੀ ਹੇ ਮਨੁੱਖ ਜਾਂ ਹੇ ਫਰੀਦ, ਜੇਕਰ ਤੂੰ ਹਰ ਥਾਂ ਪਰਮਾਤਮਾ ਨੂੰ ਪਛਾਣਨਾ ਚਾਹੁੰਦਾ ਹੈ, ਜਾਂ ਫਿਰ ਸਾਰਿਆਂ ਵਿੱਚ ਹੀ ਪਰਮਾਤਮਾ ਦਾ ਨਿਵਾਸ ਦੇਖਣਾ ਚਾਹੁੰਦਾ ਹੈ, ਵੀ ਪਰਮਾਤਮਾ ਹਰ ਥਾਂ ਹੈ, ਠੀਕ ਹੈ। ਫਰੀਦਾ ਥੀਓ ਪਵਾਹੀ ਦੱਬ, ਤਾਂ ਫਿਰ ਤੂੰ ਰਸਤੇ ਵਿੱਚ ਉੱਗਣ ਵਾਲੀ ਦੁੱਬ ਬਣ ਜਾ। ਜਿਹੜੀ ਰਸਤੇ ਵਿੱਚ ਸੁੱਕਿਆ ਵਾ ਘਾਹ ਹੁੰਦਾ ਨਾ, ਉਹਨੂੰ ਦੁੱਬ ਕਿਹਾ ਜਾਂਦਾ, ਠੀਕ ਹੈ। ਤਾਂ ਵੀ ਤੂੰ ਉਹ ਬਣ ਜਾ, ਜਿਸ ਦੇ ਕਿਸੇ ਬੂਟੇ ਨੂੰ ਤਾਂ ਲੋਕ ਤੋੜਦੇ ਹਨ, ਅਤੇ ਕਿਸੇ ਬੂਟੇ ਨੂੰ ਪੈਰਾਂ ਹੇਠ ਲਤਾੜਦੇ ਆ, ਠੀਕ ਹੈ। ਕਿਸੇ ਨੂੰ ਤਾਂ ਲੋਕ ਤੋੜ ਲੈਂਦੇ ਅਤੇ ਕਿਸੇ ਨੂੰ ਪੈਰਾਂ ਦੇ ਹੇਠ ਲਤਾੜ ਦਿੰਦੇ ਆ। ਅਤੇ ਜੇਕਰ ਤੂੰ ਆਪਣਾ ਸੁਭਾਅ ਇਹੋ ਜਿਹੇ ਸਹਿਣਸ਼ੀਲ ਅਤੇ ਨਿਮਰ ਬਣਾ ਲਵੇਂ, ਤਾਂ ਹੀ ਤੂੰ ਪਰਮਾਤਮਾ ਦੇ ਦਰ 'ਤੇ ਕਬੂਲ ਹੋਵੇਂਗਾ, ਠੀਕ। ਅਤੇ ਨਾਲ ਨਾਲ ਇਹਦਾ ਦੇਖੋ ਕੇਂਦਰੀ ਭਾਵ, ਮਨੁੱਖ ਆਪਣੇ ਸੁਭਾਅ ਵਿੱਚ ਸਹਿਣਸ਼ੀਲਤਾ ਅਤੇ ਨਿਮਰਤਾ ਧਾਰਨ ਕਰਕੇ ਪ੍ਰਭੂ ਦੇ ਦਰ 'ਤੇ ਕਬੂਲ ਹੁੰਦਾ ਹੈ। ਅੱਗੇ ਆ ਗਿਆ ਦੇਖੋ, ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇੜ ਨਾ ਕੋਏ, ਜੀਵ ਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਤਾਂ ਖਾਕ ਹੁੰਦੀ ਹੈ ਮਿੱਟੀ, ਦੇਖੋ ਜੇੜ ਦਾ ਮਤਲਬ ਹੈਗਾ ਵਰਗਾ, ਜਿਹੋ ਜਿਹਾ ਆਪਾਂ ਕਹਿ ਸਕਦੇ ਹਾਂ। ਅਤੇ ਇਹਦੇ ਵਿੱਚ ਦੇਖੋ ਫਰੀਦ ਜੀ ਫਰਮਾਉਂਦੇ ਆ, ਕੀ ਕਹਿੰਦੇ ਆ ਉਹ ਕਹਿੰਦੇ ਆ ਵੀ ਮਿੱਟੀ ਨੂੰ ਵੀ ਮਾੜਾ ਨਹੀਂ ਕਹਿਣਾ ਚਾਹੀਦਾ, ਕਿਉਂਕਿ ਮਿੱਟੀ ਜਿੰਨੀ ਮਹਾਨ ਚੀਜ਼ ਕੋਈ ਵੀ ਨਹੀਂ,
ठीक है। मिट्टी है जिहड़ी वो बहुत ही ज़्यादा महान है, इस करके उहदे वर्गा महान कोई नहीं। तो जदों मनुख जिउंदा है तो उदों तो ये मिट्टी है जिहड़ी पैरां हेठ हुंदी है, पर जदों वो मर के कबर दे विच चला जांदा है तो ये मिट्टी है जिहड़ी वो उसदे उपर आ जांदी है। तो इस करके निरमान ते गरीब सुभाਅ की रीस नहीं हो सकती। ठीक है। तो गरीबी सुभाਅ वाला मनुख जिंदगी विच भावें सब दी वधीकी सहारदा है, पर अपने मन नूं माਰਨ करके आत्मिक अवस्था तो वो सब तो उच्चा हुंदा है। ठीक है। भी ਉਹੀ ਮਨੁੱਖ है ਜਿਹੜਾ ਉਹ ਅਜਿਹੀ ਅਵਸਥਾ ਦੇ ਵਿੱਚ ਜਿਹੜਾ ਵਿਚਰਦਾ ਉਹ ਸਭ ਤੋਂ ਮਹਾਨ ਹੁੰਦਾ। ਤਾਂ ਇਹਦਾ ਕੇਂਦਰੀ ਭਾਵ ਦੇਖੋ, ਮਨੁੱਖ ਨੂੰ ਮਿੱਟੀ ਵਰਗਾ ਨਿਰਮਾਨ ਤੇ ਗਰੀਬ ਸੁਭਾਅ ਜਿਹੜਾ ਉਹ ਧਾਰਨ ਕਰਨਾ ਚਾਹੀਦਾ ਤੇ ਅਜਿਹੇ ਸੁਭਾਅ ਨੂੰ ਧਾਰਨ ਕਰਨ ਵਾਲਾ ਵਿਅਕਤੀ ਹੈ ਜਿਹੜਾ ਉਹ ਮਹਾਨ ਹੁੰਦਾ। ਅਗਲਾ ਦੇਖੋ, ਫਰੀਦਾ ਏ ਵਿਸ ਗੰਦਲਾ ਧਰੀਆਂ ਖੰਡ ਲਿਵਾੜ, ਇੱਕ ਰਾਹੇ ਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਤਾਂ ਇਹਦੇ ਵਿੱਚ ਦੇਖੋ ਫਰੀਦ ਜੀ ਕੀ ਕਹਿੰਦੇ ਨੇ, ਉਹ ਕਹਿੰਦੇ ਆ ਵੀ ਇਸ ਦੁਨੀਆ ਦੇ ਪਦਾਰਥ ਮਨ ਨੂੰ ਜ਼ਹਿਰ ਭਰੀਆਂ ਗੰਦਲਾਂ ਹਨ। ਠੀਕ ਹੈ। ਵਿਸ ਗੰਦਲਾਂ, ਵਿਸ ਹੁੰਦੀ ਹੈ ਜ਼ਹਿਰ ਤੇ ਗੰਦਲਾਂ ਭਰੀਆਂ ਹੋਈਆਂ, ਜਾਨੀ ਗੰਦਲਾਂ ਨੇ ਜ਼ਹਿਰ ਦੀਆਂ ਭਰੀਆਂ ਹੋਈਆਂ ਜੋ ਖੰਡ ਵਿੱਚ ਗਲੇਫ ਰੱਖੀਆਂ ਹਨ। ਗਲੇਫ ਦਾ ਮਤਲਬ ਉੱਤੇ ਗਲਾਫ ਦੇ ਕੇ ਰੱਖੀਆਂ ਗਈਆਂ ਖੰਡ ਦੇ ਵਿੱਚ। ਠੀਕ ਹੈ। ਲਵੇਟ ਕੇ ਰੱਖੀਆਂ ਗਈਆਂ, ਗਲੇਫ ਕੇ ਰੱਖੀਆਂ ਗਈਆਂ, ਲਿਵਾੜ ਕੇ ਖੰਡ ਦੇ ਨਾਲ, ਜਿਵੇਂ ਖੰਡ ਲਿਵਾੜ ਲਿਖਿਆ ਇਹਨਾਂ ਨੇ ਸ਼ਬਦ। ਤੇ ਇਹਨਾਂ ਗੰਦਲਾਂ ਨੂੰ ਕਈ ਬੀਜਦੇ ਹੀ ਮਰ ਗਏ ਤੇ ਕਈ ਬੀਜੀਆਂ ਹੋਈਆਂ ਨੂੰ ਵਿੱਚ ਹੀ ਛੱਡ ਗਏ ਹਨ। ਠੀਕ ਹੈ। ਕਈਆਂ ਨੇ ਤਾਂ ਬੀਜ ਲਈਆਂ ਤੇ ਕਈ ਬੀਜੀਆਂ ਹੋਈਆਂ ਨੂੰ ਵਿੱਚੇ ਛੱਡ ਕੇ ਮਰ ਗਏ। ਕੀ ਮਤਲਬ ਹੈ ਇਹਦਾ? ਵੀ ਮਨੁੱਖ ਨੂੰ ਸੰਸਾਰਿਕ ਪਦਾਰਥਾਂ ਦੀਆਂ ਜ਼ਹਿਰ ਭਰੀਆਂ ਗੰਦਲਾਂ ਨੂੰ ਬੀਜਣ ਦੀ ਥਾਂ ਨਾਮ ਸਿਮਰਨ ਵਿੱਚ ਲੱਗਣਾ ਚਾਹੀਦਾ ਤੇ ਨੇਕ ਕੰਮ ਕਰਨੇ ਚਾਹੀਦੇ ਆ। ਠੀਕ ਹੈ। ਤਾਂ ਇਹਦਾ ਕੇਂਦਰੀ ਭਾਵ ਦੇਖੋ, ਜਿਵੇਂ ਮਨੁੱਖ ਨੂੰ ਸੰਸਾਰਿਕ ਪਦਾਰਥਾਂ ਦੀਆਂ ਜ਼ਹਿਰ ਭਰੀਆਂ ਗੰਦਲਾਂ ਨੂੰ ਬੀਜਣ ਦੀ ਥਾਂ ਨਾਮ ਸਿਮਰਨ ਵੱਲ ਲੱਗਣਾ ਚਾਹੀਦਾ ਹੈ। ਅਗਲਾ ਦੇਖੋ, ਫਰੀਦਾ ਦਰ ਦਰਵਾਜੇ ਜਾਏ ਕੇ ਕਿਉਂ ਡਿੱਠੋ ਘੜਿਆਲ, ਇਹੋ ਨਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲ। ਤਾਂ ਦਰ ਜਾਨੀ ਦਰ ਤੇ, ਬੂਹੇ ਤੇ, ਦਰਵਾਜੇ ਤੇ। ਠੀਕ ਹੈ। ਜਾ ਕੇ, ਜਾਏ ਕੇ ਦਾ ਮਤਲਬ ਜਾ ਕੇ, ਕਿਉਂ ਦਾ ਮਤਲਬ ਕੀ, ਨਿਦੋਸਾਂ ਦਾ ਮਤਲਬ ਬੇਦੋਸ਼ਾ ਮਾਰਿਆ ਜਾਣਾ। ਠੀਕ ਹੈ। ਮਾਰੀਏ ਮਾਰ ਖਾਂਦਾ। ਤਾਂ ਇਹਦੇ ਵਿੱਚ ਦੇਖੋ ਫਰੀਦ ਜੀ ਕੀ ਕਹਿੰਦੇ ਆ ਘੜਿਆਲ ਦੀ ਗੱਲ ਕਰਦੇ ਹੋਏ, ਵੀ ਹੇ ਭਾਈ ਕੀ ਕਿਸੇ ਬੂਹੇ ਤੇ ਕਿਸੇ ਦਰਵਾਜ਼ੇ ਉੱਤੇ ਜਾ ਕੇ ਕਦੇ ਘੜਿਆਲ ਵੱਜਦਾ ਦੇਖਿਆ? ਤਾਂ ਇਹ ਘੜਿਆਲ ਆ ਜਿਹੜਾ ਨਿਰਦੋਸ਼ ਹੀ ਮਾਰ ਖਾਂਦਾ ਹੈ। ਜੇਕਰ ਨਿਰਦੋਸ਼ ਘੜਿਆਲ ਨੂੰ ਇੰਨੀ ਮਾਰ ਪੈ ਸਕਦੀ ਹੈ ਤਾਂ ਰੱਬ ਦੀ ਦਰਗਾਹ ਵਿੱਚ ਸਾਡਾ ਦੋਸ਼ੀਆਂ ਦਾ ਤਾਂ ਬਹੁਤ ਹੀ ਬੁਰਾ ਹਾਲ ਹੋਵੇਗਾ। ਠੀਕ। ਤਾਂ ਇਹਦਾ ਦੇਖੋ ਕੇਂਦਰੀ ਭਾਵ, ਪਰਮਾਤਮਾ ਦੀ ਦਰਗਾਹ ਵਿੱਚ ਦੋਸ਼ੀਆਂ ਨੂੰ ਸਖਤ ਮਾਰ ਪੈਂਦੀ ਹੈ, ਇਸ ਕਰਕੇ ਮਨੁੱਖ ਨੂੰ ਸੰਸਾਰ ਵਿੱਚ ਨੇਕ ਕੰਮ ਕਰਨੇ ਚਾਹੀਦੇ ਆ। ਅਗਲਾ ਸ਼ਲੋਕ ਦੇਖੋ, ਫਰੀਦਾ ਬਾਰ ਪਰਾਏ ਵੈਸਨਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਜਿਉ ਸਰੀਰ ਲੈ। ਬਾਰ ਪਰਾਈਏ ਦਾ ਮਤਲਬ ਪਰਾਏ ਦਰਵਾਜ਼ੇ ਤੇ। ਠੀਕ ਹੈ। ਬੂਹੇ ਤੇ ਕਿਸੇ ਪਰਾਏ ਦੇ। ਵੈਸਨਾ ਦਾ ਮਤਲਬ ਹੁੰਦਾ ਬੈਠਣਾ। ਠੀਕ ਹੈ। ਸਾਈਂ ਕੀ ਕਿਹਾ ਗਿਆ? ਹੇ ਪ੍ਰਮਾਤਮਾ, ਹੇ ਪ੍ਰਭੂ, ਹੇ ਰੱਬਾ। ਤਾਂ ਐਵੇਂ ਦਾ ਮਤਲਬ ਹੈਗਾ ਇਸੇ ਹਾਲਾਤ ਦੇ ਵਿੱਚ ਜੇ ਤੂੰ ਮੈਨੂੰ ਰੱਖਣਾ, ਜੀਓ ਜਾਨੀ ਜਿੰਦ ਨੂੰ ਮੇਰੀ ਨੂੰ, ਤਾਂ ਸਰੀਰ ਦੇ ਵਿੱਚੋਂ, ਸਰੀਰੋ ਦਾ ਮਤਲਬ ਸਰੀਰ ਵਿੱਚੋਂ। ਫਰੀਦ ਜੀ ਫਰਮਾਉਂਦੇ ਆ, ਪਰਮਾਤਮਾ ਦੇ ਅੱਗੇ ਬੇਨਤੀ ਕਰਦੇ ਆ ਕਿ ਹੇ ਪਰਮਾਤਮਾ ਤੂੰ ਮੈਨੂੰ ਆਪਣੇ ਦਰ ਦੀ ਥਾਂ ਕਿਸੇ ਪਰਾਏ ਦੇ ਦਰ ਉੱਤੇ ਨਾ ਬੈਠਣ ਦੇਵੀਂ। ਭਾਵ ਕੀ ਹੈ? ਵੀ ਮੈਨੂੰ ਕਿਸੇ ਹੋਰ ਦੇ ਆਸਰੇ ਜੋਗਾ ਨਾ ਰਹਿਣ ਦੇਵੀਂ। ਜੇਕਰ ਤੂੰ ਮੈਨੂੰ ਇੰਝ ਹੀ ਰੱਖਣਾ, ਭਾਵ ਜੇ ਤੂੰ ਮੈਨੂੰ ਦੂਜਿਆਂ ਦਾ ਮੁਥਾਜ ਹੀ ਬਣਾਉਣਾ, ਠੀਕ ਹੈ, ਦੂਜਿਆਂ ਦਾ ਨੌਕਰ ਹੀ ਲਾਉਣਾ, ਤਾਂ ਇਸ ਨਾਲੋਂ ਤੂੰ ਮੇਰੇ ਸਰੀਰ ਦੇ ਵਿੱਚੋਂ ਜਾਨ ਕੱਢ ਲਵੀਂ। ਤਾਂ ਇਹਦੇ ਵਿੱਚ ਦੇਖੋ ਮੁਥਾਜੀ ਯਾਨੀ ਗੁਲਾਮੀ ਦਾ ਜੀਵਨ ਹੈ ਜਿਹੜਾ ਉਹ ਉਹਨਾਂ ਨੂੰ ਨਹੀਂ ਪਸੰਦ ਹੈਗਾ। ਅਤੇ ਇਹਦਾ ਕੇਂਦਰੀ ਭਾਵ ਦੇਖੋ, ਪਰਮਾਤਮਾ ਦੀ ਮੁਥਾਜੀ ਦੀ ਥਾਂ ਕਿਸੇ ਹੋਰ ਦੇ ਦਰ ਦੀ ਮੁਥਾਜੀ ਤੋਂ ਮੌਤ ਚੰਗੀ ਹੈ। ਇਸ ਕਰਕੇ ਮੈਨੂੰ ਕਿਸੇ ਵੀ ਦੁਨਿਆਵੀ ਸ਼ਕਤੀ ਦੀ ਮੁਥਾਜੀ ਹੈ ਜਿਹੜੀ ਉਹ ਕਬੂਲ ਨਹੀਂ ਕਰਨੀ ਚਾਹੀਦੀ। ਫਰੀਦਾ ਵੇਖ ਕਪਾਹੇ ਜੇ ਥੀਆ, ਜੇ ਸਿਰ ਥੀਆ ਤਿਲਾ, ਕਮਾਦੇ ਔਰ ਕਾਗਦੇ ਕੁੰਨੇ ਕੋਈ ਲਿਆ, ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤੇ ਨਾ। ਤਾਂ ਇਹਦੇ ਵਿੱਚ ਦੇਖੋ ਕੀ ਕਿਹਾ ਸ਼ੇਖ ਫਰੀਦ ਜੀ ਫਰਮਾਉਂਦੇ ਆ ਵੀ ਦੇਖੋ ਕਪਾਹ ਨਾਲ ਕੀ ਬੀਤੀ। ਠੀਕ ਹੈ। ਵੇਖੋ ਫਰੀਦਾ ਵੇਖ ਕਪਾਹੇ ਜੇ ਥੀਆ, ਕੀ ਹੋਇਆ, ਕੀ ਵਾਪਰਿਆ ਕਪਾਹ ਦੇ ਨਾਲ, ਕੀ ਬੀਤੀ ਹੈ। ਉਸ ਨੂੰ ਵੇਲਣੇ ਦੇ ਵਿੱਚ ਵੇਲਿਆ ਗਿਆ ਤੇ ਫਿਰ ਤੁੰਬਿਆ ਗਿਆ। ਤਿਲਾਂ ਦਾ ਮਤਲਬ ਦੇਖੋ ਤਿਲ, ਤਿਲਾਂ ਦੇ ਨਾਲ ਕੀ ਹੋਈ ਹੈ, ਤਿਲਾਂ ਨੂੰ ਕੋਲੂ ਵਿੱਚ ਪਾ ਕੇ ਤੇ ਫਿਰ ਕਮਾਦ ਦੇ ਨਾਲ ਕੀ ਹੋਈ ਹੈ, ਕਮਾਦੇ ਔਰ ਕਾਗਦੇ, ਕਮਾਦੇ ਗੰਨੇ ਨੂੰ ਕਿਹਾ ਗਿਆ ਕਮਾਦ। ਠੀਕ ਹੈ। ਤੇ ਕਮਾਦ ਨੂੰ ਵੀ ਵੇਲਣੇ ਦੇ ਵਿੱਚ ਪਾ ਕੇ ਪੀੜਿਆ ਗਿਆ ਤੇ ਕਾਗਜ਼ ਨੂੰ ਵੇਲਣਿਆਂ ਵਿੱਚ ਵੇਲ ਕੇ ਬਣਾਇਆ ਗਿਆ ਤੇ ਪਤੀਲੇ ਨੂੰ ਅੱਗ ਤੇ ਰੱਖ ਕੇ ਤਪਾਇਆ ਗਿਆ। ਤੇ ਸਾਰਿਆਂ ਦੀਆਂ ਗੱਲਾਂ ਇਹਨਾਂ ਨੇ ਇੱਥੇ ਕੀਤੀਆਂ ਨਾ।
ठीक है। पतीला कुन्ने हुंदी है, मिट्टी की हांडी जानी पतीला जिन्होंने आप कह सकते हैं कुन्ना, ठीक है, कुन्नी कहा जाता उन्होंने। मिट्टी पतीले नूं जां मिट्टी की हांडी नूं कहा जाता है। उन्होंने भी की है अग दे विच रख के तपाया गया। तो असल में संसार ते रह के ਜਿਹੜੇ लोग मंदे काम करते हैं उन्होंने रब की दरगाह विच भी इहो जिहियां ही सजावां मिलदियां। मंदे अमल करेंदियां ये सजा तिना, जानी ये सारियां जिहड़ियां सजावां ने वो उन्हां लोकां नूं मिलदियां, लोभीआं नूं, लालचियां नूं, ठीक है, ਜਿਹੜੇ ਲੋਭ ਤੇ ਲਾਲਚ ਦੀ ਖਾਤਰ ਮਾੜੇ ਕੰਮ ਕਰਦੇ ਆ ਉਹਨਾਂ ਨੂੰ ਇਹ ਸਜ਼ਾ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਮਿਲਦੀ ਹੈ। ਇਹਦਾ ਕੇਂਦਰੀ ਭਾਵ ਦੇਖੋ ਤੁਸੀਂ, ਜਿਵੇਂ ਸੰਸਾਰ ਵਿੱਚ ਜਿਹੜੇ ਲੋਕ ਮੰਦੇ ਕੰਮ ਕਰਦੇ ਹਨ ਉਹਨਾਂ ਨੂੰ ਰੱਬ ਦੀ ਦਰਗਾਹ ਵਿੱਚ ਕੋਲੂ ਵਿੱਚ ਪੀੜਿਆ ਤੇ ਵੇਲਣਿਆਂ ਵਿੱਚ ਵੇਲਿਆ ਤੇ ਅੱਗ ਦੇ ਉੱਪਰ ਰੱਖ ਕੇ ਸਾੜਿਆ ਜਾਂਦਾ। ਇਸ ਕਰਕੇ ਸਾਨੂੰ ਮੰਦੇ ਕੰਮ ਨਹੀਂ ਕਰਨੇ ਚਾਹੀਦੇ। ਅਗਲਾ ਸ਼ਲੋਕ ਦੇਖੋ ਸਾਡਾ, ਫਰੀਦਾ ਕਿੱਥੇ ਤੈੜੇ ਮਾਪਿਆਂ ਜਿੰਨੀ ਤੂੰ ਜਨਿਓ ਤੈ ਪਾਸੋਂ ਉਹ ਲੱਦ ਗਏ ਤੂੰ ਅਜੇ ਨਾ ਪਤੀ ਨੂੰ। ਤਾਂ ਕੀ ਕਹਿੰਦਾ ਉਹ ਵੀ ਜਿਨ੍ਹਾਂ ਨੇ ਜਨਿਓ, ਇਹਦਾ ਮਤਲਬ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਤੇ ਉਹ ਜਾਣੀ ਤੇਰੇ ਮਾਪੇ, ਠੀਕ ਹੈ। ਪਤਨੋ ਇਹਦਾ ਮਤਲਬ ਤਸੱਲੀ ਹੋਈ, ਯਕੀਨ ਆਇਆ, ਭਤੀਜਾ। ਤਾਂ ਕੀ ਹੈ ਇਹਦਾ ਸਾਰਿਆਂ ਦਾ ਅਰਥ ਦੇਖੋ ਕੀ ਫਰਮਾਉਂਦੇ ਆ ਫਰੀਦ ਜੀ ਵੀ ਹੇ ਮਨੁੱਖ ਦੇਖ ਤੇਰੇ ਆਪਣੇ ਮਾਪੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਸੀ ਕਿੱਥੇ ਗਏ, ਠੀਕ ਹੈ, ਉਹ ਕਦੋਂ ਦੇ ਤੇਰੇ ਕੋਲੋਂ ਚਲੇ ਗਏ ਹਨ ਤੇ ਪਰ ਤੈਨੂੰ ਅਜੇ ਵੀ ਯਕੀਨ ਨਹੀਂ ਆਇਆ ਕਿ ਆਖਿਰ ਤੂੰ ਵੀ ਇੱਥੋਂ ਚਲੇ ਜਾਣਾ ਹੈ। ਇਸ ਕਰਕੇ ਤੂੰ ਰੱਬ ਦੀ ਬੰਦਗੀ ਵੱਲੋਂ ਬੇਪਰਵਾਹ ਹੈ। ਭਾਵ ਕੀ ਹੈ ਕਿ ਮਨੁੱਖ ਨੂੰ ਮੌਤ ਦਾ ਖਿਆਲ ਕਰਦੇ ਹੋਏ ਰੱਬ ਦੀ ਬੰਦਗੀ ਵੱਲੋਂ ਬੇਪਰਵਾਹ ਨਹੀਂ ਹੋਣਾ ਚਾਹੀਦਾ। ਤਾਂ ਕੀ ਹੈ ਇਹਦਾ ਕੇਂਦਰੀ ਭਾਵ ਬਣਦਾ ਦੇਖੋ, ਨਿਚੋੜ ਕੀ ਹੈ ਇਹਨਾਂ ਲਾਈਨਾਂ ਦਾ, ਜੇਕਰ ਮਨੁੱਖ ਦੇ ਮਾਪੇ ਦੁਨੀਆ ਵਿੱਚ ਨਹੀਂ ਰਹੇ ਤਾਂ ਉਸਨੇ ਵੀ ਨਹੀਂ ਰਹਿਣਾ, ਠੀਕ ਹੈ, ਉਸ ਨੂੰ ਮੌਤ ਤਾਂ ਜ਼ਰੂਰ ਹੀ ਆਉਣੀ ਹੈ। ਤੇ ਇਸ ਕਰਕੇ ਉਸ ਨੂੰ ਨੇਕ ਅਮਲ ਕਰਨੇ ਚਾਹੀਦੇ ਹਨ, ਚੰਗੇ ਕੰਮ ਹੈ ਜਿਹੜੇ ਉਹ ਕਰਨੇ ਚਾਹੀਦੇ ਆ। ਅਗਲਾ ਸ਼ਲੋਕ ਦੇਖੋ, ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ ਦੇਹੀ ਰੋਗ ਨਾ ਲਾਗੇ ਪੱਲੇ ਸਭ ਕੁਛ ਪਾਏ। ਤੇ ਇਹਨਾਂ ਸਤਰਾਂ ਦੇ ਵਿੱਚ ਦੇਖੋ ਕੀ ਫਰਮਾਉਂਦੇ ਆ ਫਰੀਦ ਜੀ। ਫਰੀਦ ਜੀ ਫਰਮਾਉਂਦੇ ਆ ਕਿ ਹੇ ਮਨੁੱਖ ਤੂੰ ਬੁਰਾਈ ਕਰਨ ਵਾਲੇ ਨਾਲ ਵੀ ਭਲਾਈ ਕਰ, ਫਰੀਦਾ ਬੁਰੇ ਦਾ ਭਲਾ ਕਰ, ਠੀਕ ਹੈ। ਬੁਰਾਈ ਕਰਨ ਵਾਲੇ ਨਾਲ, ਜੋ ਤੇਰੇ ਨਾਲ ਬੁਰਾਈ ਕਰਦਾ ਉਹਦੇ ਨਾਲ ਵੀ ਤੂੰ ਭਲਾਈ ਹੀ ਕਰ, ਗੁੱਸਾ ਮਨ ਦੇ ਵਿੱਚ ਨਾ ਆਉਣ ਦੇ। ਇਸ ਤਰ੍ਹਾਂ ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਤੇ ਉਸ ਵਿੱਚ ਹਰ ਇੱਕ ਭਾਵ ਚੰਗਾ ਗੁਣ ਸਾਂਭਿਆ ਰਹਿੰਦਾ ਹੈ। ਭਾਵ ਕੀ ਹੈ ਕਹਿਣ ਦਾ ਵੀ ਮਨੁੱਖ ਨੂੰ ਬੁਰਾ ਕਰਨ ਵਾਲੇ ਨਾਲ ਵੀ ਭਲਾਈ ਕਰਨੀ ਚਾਹੀਦੀ ਹੈ। ਤੇ ਕੇਂਦਰੀ ਭਾਵ ਕੀ ਆ ਗਿਆ ਇਹਦਾ ਦੇਖੋ, ਮਨੁੱਖ ਨੂੰ ਬੁਰਾ ਕਰਨ ਵਾਲੇ ਦੀ ਵੀ ਭਲਾਈ ਕਰਨੀ ਚਾਹੀਦੀ ਹੈ ਤੇ ਗੁੱਸਾ ਮਨ ਵਿੱਚ ਨਹੀਂ ਆਉਣ ਦੇਣਾ ਚਾਹੀਦਾ। ਤੇ ਇਸ ਤਰ੍ਹਾਂ ਉਸ ਦਾ ਸਰੀਰ ਹੈ ਜਿਹੜਾ ਉਹ ਅਰੋਗ ਰਹਿੰਦਾ ਤੇ ਹਰ ਚੰਗਾ ਗੁਣ ਹੈ ਜਿਹੜਾ ਉਹ ਉਹਦੇ ਵਿੱਚ ਸਾਂਭਿਆ ਰਹਿੰਦਾ ਹੈ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਈਏ ਜੱਗ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਤਾਂ ਕੀ ਕਹਿੰਦੇ ਆ ਫਰੀਦ ਜੀ ਇਹਨਾਂ ਲਾਈਨਾਂ ਦੇ ਵਿੱਚ ਦੇਖੋ, ਉਹ ਫਰਮਾਉਂਦੇ ਆ ਵੀ ਮੈਂ ਸਮਝਿਆ ਕਿ ਇਹ ਜਿਹੜਾ ਕਿ ਦੁੱਖ ਹੈ ਉਹ ਕੇਵਲ ਮੈਨੂੰ ਹੀ ਲੱਗੇ ਆ, ਪਰ ਅਸਲ ਵਿੱਚ ਦੁੱਖ ਤਾਂ ਸਾਰੇ ਸੰਸਾਰ ਵਿੱਚ ਹੀ ਹਨ। ਤੇ ਜਦੋਂ ਮੈਂ ਆਪਣੇ ਦੁੱਖਾਂ ਤੋਂ ਜ਼ਰਾ ਉਚੇਰਾ ਹੋ ਕੇ ਧਿਆਨ ਮਾਰਿਆ ਤਾਂ ਹਰੇਕ ਘਰ ਵਿੱਚ ਇਹੋ ਦੁੱਖ ਦੀ ਅੱਗ ਬਲਦੀ ਹੈ ਜਿਹੜੀ ਉਹ ਦਿਖਾਈ ਦਿੱਤੀ। ਭਾਵ ਕੀ ਹੈ ਵੀ ਇਹ ਸੰਸਾਰ ਹੈ ਜਿਹੜਾ ਉਹ ਇਸ ਵਿੱਚ ਹਰੇਕ ਜੀਵ ਦੁਖੀ ਹੈ, ਠੀਕ ਹੈ। ਭਾਵ ਇਸ ਸੰਸਾਰ ਵਿੱਚ ਕੋਈ ਵੀ ਦੁੱਖਾਂ ਤੋਂ ਬਚਿਆ ਹੋਇਆ ਨਹੀਂ ਹੈਗਾ। ਤਾਂ ਕੀ ਹੈ ਇਹਦਾ ਕੇਂਦਰੀ ਭਾਵ, ਤੇ ਇਸ ਸੰਸਾਰ ਵਿੱਚ ਹਰੇਕ ਜੀਵ ਦੁਖੀ ਹੈ ਤੇ ਸਾਨੂੰ ਇਹ ਕਦੀ ਨਹੀਂ ਸਮਝਣਾ ਚਾਹੀਦਾ ਕਿ ਦੁੱਖ ਕੇਵਲ ਮੈਨੂੰ ਹੀ ਹਨ। ਅਗਲੀਆਂ ਲਾਈਨਾਂ ਦੇਖੋ, ਫਰੀਦਾ ਹੋ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕਕੁਰ ਚੁਗਨ ਥਲ ਵਸਨ ਰੱਬ ਨਾ ਛੋੜਨ ਪਾਸ। ਤੇ ਕੀ ਕਹਿੰਦੇ ਇਹਨਾਂ ਲਾਈਨਾਂ ਦੇ ਵਿੱਚ ਫਰੀਦ ਜੀ ਦੇਖੋ, ਉਹ ਕਹਿੰਦੇ ਵੀ ਮੈਂ ਉਹਨਾਂ ਪੰਛੀਆਂ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰੀ ਜਾਂਦਾ ਹਾਂ ਮੈਂ ਉਹਨਾਂ ਪੰਖੀਆਂ ਤੋਂ ਜਾਨੀ ਪੰਛੀਆਂ ਤੋਂ ਜਿਨ੍ਹਾਂ ਦਾ ਜੰਗਲ ਦੇ ਵਿੱਚ ਵਾਸਾ ਹੈ। ਉੱਥੋਂ ਉਹ ਰੋੜ ਚੁਗਦੇ ਆ, ਧਰਤੀ 'ਤੇ ਵਸਦੇ ਆ, ਪਰੰਤੂ ਰੱਬ ਦਾ ਆਸਰਾ ਨਹੀਂ ਛੱਡਦੇ, ਠੀਕ ਹੈ। ਭਾਵ ਕੀ ਹੈ ਮਹਿਲਾਂ ਵਿੱਚ ਰਹਿਣ ਵਾਲੇ ਤੇ ਪਲੇ ਹੋਏ ਸਰੀਰ ਵਾਲੇ ਪਰੰਤੂ ਰੱਬ ਨੂੰ ਭੁਲਾ ਦੇਣ ਵਾਲੇ ਉਹਨਾਂ ਬੰਦਿਆਂ ਨਾਲੋਂ ਤਾਂ ਪੰਛੀ ਹੀ ਚੰਗੇ ਹਨ ਜੋ ਰੁੱਖਾਂ ਉੱਤੇ ਆਲਣਾ ਬਣਾ ਕੇ ਰਹਿੰਦੇ ਹਨ ਤੇ ਰੋੜ ਚੁੱਕ ਕੇ ਆਪਣਾ ਗੁਜ਼ਾਰਾ ਕਰਦੇ ਆ ਪਰ ਰੱਬ ਨੂੰ ਯਾਦ ਰੱਖਦੇ ਆ, ਠੀਕ ਹੈ। ਕਕੁਰ ਦਾ ਮਤਲਬ ਹੁੰਦਾ ਕੰਕਰ, ਚੁਗਨ ਦਾ ਮਤਲਬ ਚੁਗਨ, ਠੀਕ ਹੈ। ਥਲ ਧਰਤੀ ਦੇ ਵਿੱਚੋਂ, ਧਰਤੀ 'ਤੇ ਵਸਣ। ਤਾਂ ਇਸ ਤਰ੍ਹਾਂ ਕੀ ਹੈ ਪਰ ਰੱਬ ਦੀ ਆਸ ਨਹੀਂ ਛੱਡਦੇ ਉਹ। ਤਾਂ ਇਹਦਾ ਕੇਂਦਰੀ ਭਾਵ ਦੇਖੋ, ਰੱਬ ਨੂੰ ਭੁਲਾ ਦੇਣ ਵਾਲੇ ਉਹਨਾਂ ਬੰਦਿਆਂ ਨਾਲੋਂ ਤਾਂ ਪੰਛੀ ਚੰਗੇ ਹਨ ਜੋ ਰੁੱਖਾਂ ਉੱਤੇ ਆਲਣੇ ਬਣਾ ਕੇ ਰਹਿੰਦੇ ਹਨ ਤੇ ਰੋੜ ਚੁੱਕ ਕੇ ਆਪਣਾ ਗੁਜ਼ਾਰਾ ਕਰਦੇ ਹਨ ਪਰੰਤੂ ਰੱਬ ਨੂੰ ਯਾਦ ਰੱਖਦੇ ਹਨ। ਅਗਲਾ ਸ਼ਲੋਕ ਦੇਖੋ, ਕਵਨ ਸੋ ਅੱਖਰ ਕਵਨ ਗੁਣ ਕਵਨ ਸੋ ਮਣੀਆਂ ਮੰਤ ਕਵਨ ਸੋ ਵੇਸੋ ਹੋ ਕਰੀ ਜਿਤ ਵਸ ਆਵੇ ਕੰਤ, ਠੀਕ ਹੈ। ਮਣੀਆਂ ਦਾ ਮਤਲਬ ਸ਼੍ਰੋਮਣੀ, ਸ਼੍ਰੋਮਣੀਆਂ ਜਿਵੇਂ, ਠੀਕ ਹੈ। ਹੋ ਦਾ ਮਤਲਬ ਮੈਂ, ਹਉਮੈ, ਠੀਕ ਹੈ, ਜਾਂ ਮੈਂ ਆਪਦੇ ਆਪ ਨੂੰ ਕਹਿ ਸਕਦਾ। ਜਿੱਤ
ਜਾਣੀ ਜਿਸ ਨਾਲ, ਤੇ ਵਸ ਦਾ ਮਤਲਬ ਵਸ ਵਿੱਚ। ਤਾਂ ਕੀ ਕਹਿੰਦੇ ਆ ਇਹਦੇ ਵਿੱਚ ਦੇਖੋ, ਇਸਤਰੀ ਰੂਪ ਦੇ ਵਿੱਚ ਪ੍ਰਸ਼ਨ ਕਰਦੇ ਆ। ਤਾਂ ਕਹਿੰਦੇ ਆ ਵੀ ਹੇ ਭੈਣ, ਉਹ ਕਿਹੜਾ ਅੱਖਰ ਹੈ, ਉਹ ਕਿਹੜਾ ਗੁਣ ਹੈ, ਉਹ ਕਿਹੜਾ ਸ਼੍ਰੋਮਣੀ ਮੰਤਰ ਹੈ। ਠੀਕ ਹੈ, ਉਹ ਕਿਹੜਾ ਵੇਸ ਹੈ ਜਿਸ ਨੂੰ ਧਾਰਨ ਕਰਨ ਨਾਲ ਮੇਰਾ ਪਤੀ ਮੇਰੇ ਵੱਸ ਵਿੱਚ ਆ ਜਾਵੇ। ਭਾਵ ਕੀ ਹੈ, ਜੀਵ ਰੂਪ ਇਸਤਰੀ ਆਪਣੇ ਅੰਦਰ ਹਰ ਅਜਿਹਾ ਗੁਣ ਪੈਦਾ ਕਰਨਾ ਚਾਹੁੰਦੀ ਹੈ ਜਿਸ ਨਾਲ ਉਸ ਦਾ ਪ੍ਰਭੂ ਪਤੀ ਉਸ ਨੂੰ ਪ੍ਰੇਮ ਕਰੇ। ਤੇ ਅਗਲਾ ਸ਼ਲੋਕ ਦੇਖੋ, ਨਿਵਨ ਸੋ ਅੱਖਰ ਖਵਨ ਗੁਣ, ਜੀਭਾ ਮਣੀਆਂ ਮੰਤ, ਏ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਤਾਂ ਫਰੀਦ ਜੀ ਫਿਰ ਫਰਮਾਉਂਦੇ ਹਨ ਇਹਦੇ ਵਿੱਚ ਦੇਖੋ ਵੀ ਹੇ ਭੈਣ, ਨਿਵਨਾ ਅੱਖਰ ਹੈ, ਠੀਕ ਹੈ, ਸਹਿਨਸ਼ੀਲਤਾ ਗੁਣ ਹੈ, ਮਿੱਠਾ ਬੋਲਣਾ ਜਿਹੜਾ ਉਹ ਸ਼੍ਰੋਮਣੀ ਮੰਤਰ ਹੈ। ਉਹਦਾ ਜਵਾਬ ਦਿੱਤਾ ਉੱਪਰਲੇ ਦਾ। ਇਹਦੇ ਵਿੱਚ ਦੇਖੋ ਵੀ ਸ਼੍ਰੋਮਣੀ ਮੰਤਰ ਕਿਹੜਾ ਹੈ ਤੇ ਅੱਖਰ ਕੀ ਹੈ ਤੇ ਗੁਣ ਕਿਹੜੇ ਨੇ। ਸਹਿਨਸ਼ੀਲਤਾ ਗੁਣ ਹੈ, ਨਿਵਨਾ ਅੱਖਰ ਹੈ ਤੇ ਮਿੱਠਾ ਬੋਲਣਾ ਸ਼੍ਰੋਮਣੀ ਮੰਤਰ ਹੈ। ਜੇ ਤੂੰ ਇਹ ਤਿੰਨੇ ਵੇਸ ਧਾਰ ਲਵੇਂ, ਅਰਥਾਤ ਤਿੰਨੇ ਗੁਣ ਆਪਣੇ ਵਿੱਚ ਪੈਦਾ ਕਰ ਲਵੇਂ, ਤਾਂ ਤੇਰਾ ਪਤੀ ਹੈ ਜਿਹੜਾ ਉਹ ਤੇਰੇ ਵਸ ਦੇ ਵਿੱਚ ਆ ਜਾਵੇ। ਤੇ ਇਸ ਤਰ੍ਹਾਂ ਜਿਵੇਂ ਪ੍ਰਭੂ ਪਤੀ ਨੂੰ ਵਸ ਕਰਨ ਲਈ ਜੀਵ ਰੂਪ ਇਸਤਰੀ ਨੂੰ ਸ਼ੁਭ ਗੁਣ ਇਕੱਤਰਿਤ ਕਰਨੇ ਚਾਹੀਦੇ ਹੈ ਤਾਂ ਕਿ ਉਹ ਪਰਮਾਤਮਾ ਨੂੰ ਆਪਣੇ ਵਸ ਦੇ ਵਿੱਚ ਕਰ ਸਕੇ। ਤਾਂ ਕੇਂਦਰੀ ਭਾਵ ਇਹਦਾ ਦੇਖੋ, ਜੀਵ ਇਸਤਰੀ ਨੂੰ ਆਪਣੇ ਪ੍ਰਭੂ ਪਤੀ ਨੂੰ ਵਸ ਕਰਨ ਲਈ ਨਿਵਨ, ਸਹਿਨਸ਼ੀਲਤਾ, ਮਿੱਠਾ ਬੋਲਣ ਦੇ 3 ਵੇਸ ਆ ਜਿਹੜੇ ਉਹ ਧਾਰਨ ਕਰਨੇ ਚਾਹੀਦੇ। ਤੇ ਅੱਗੇ ਆਪਾਂ ਸ਼ੇਖ ਫਰੀਦ ਜੀ ਦੀਆਂ ਰਚਨਾਵਾਂ ਦੇ ਨਾਲ ਸੰਬੰਧਿਤ ਵਸਤੂਨਿਸ਼ਟ ਪ੍ਰਸ਼ਨ ਕਰਾਂਗੇ, ਜਿਹੜੇ ਕਿ +2 ਪੰਜਾਬੀ ਇਲੈਕਟਿਵ ਵਾਲੇ ਬੱਚਿਆਂ ਦੇ ਨਾਲ ਨਾਲ ਨੈਟ ਜਾਂ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਆ, ਉਹਨਾਂ ਲਈ ਵੀ ਲਾਹੇਵੰਦ ਹੋਣਗੇ। ਤਾਂ ਸਾਰੇ ਜਣੇ ਇਹਨਾਂ ਕੁਐਸਚਨਸ ਨੂੰ ਧਿਆਨ ਨਾਲ ਸੁਣੋ। ਪਹਿਲਾ ਪ੍ਰਸ਼ਨ ਆ ਸਾਡਾ ਦੇਖੋ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਾਂ ਸ਼ਲੋਕ ਬਾਣੀ ਦਾ ਕਵੀ ਰਚਨਹਾਰ ਕੌਣ ਹੈ। ਤਾਂ ਗੁਰੂ ਨਾਨਕ ਦੇਵ ਜੀ ਹੈ, ਵਜੀਦ ਹੈ, ਗੁਰੂ ਰਾਮਦਾਸ ਜੀ ਹੈ ਕਿ ਸ਼ੇਖ ਫਰੀਦ ਜੀ ਹੈ। ਤਾਂ ਡੀ ਉੱਤਰ ਹੈ ਜਿਹੜਾ ਉਹ ਸਾਡਾ ਸਹੀ ਹੋਵੇਗਾ, ਸ਼ੇਖ ਫਰੀਦ ਜੀ। ਸ਼ੇਖ ਫਰੀਦ ਜੀ ਦੀ ਕਿਸੇ ਇੱਕ ਕਵਿਤਾ ਦਾ ਨਾਂ ਦੱਸੋ। ਤਾਂ ਦੇਖੋ ਇਹਦੇ ਵਿੱਚੋਂ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਤੇ ਇਹ ਸ਼ੇਖ ਫਰੀਦ ਜੀ ਦੀ ਕਵਿਤਾ ਹੈ। ਸੱਚੇ ਆਸ਼ਕਾਂ ਦਾ ਪਰਮਾਤਮਾ ਨਾਲ ਪਿਆਰ ਕਿਹੋ ਜਿਹਾ ਹੁੰਦਾ ਹੈ। ਤਾਂ ਉਹ ਦਿਲੋਂ ਸੱਚਾ ਹੁੰਦਾ ਹੈ। ਜਿਵੇਂ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਸੱਚੇ ਆਸ਼ਕਾਂ ਦਾ ਦਿਲੋਂ ਪਿਆਰ ਹੁੰਦਾ, ਦਿਲੋਂ ਸੱਚਾ ਪਿਆਰ। ਇਹ ਆਪਸ਼ਨ ਹੈ ਜਿਹੜਾ ਉਹ ਸਾਡਾ ਸਹੀ ਹੋਵੇਗਾ। ਪਰਮਾਤਮਾ ਨਾਲ ਦਿਲੋਂ ਮੁਹੱਬਤ ਕਰਨ ਵਾਲੇ ਕਿਹੋ ਜਿਹੇ ਪ੍ਰੇਮੀ ਹੁੰਦੇ ਹਨ ਜਾਂ ਆਸ਼ਕ ਹੁੰਦੇ ਆ। ਜਾਂ ਫਿਰ ਕੁਐਸਚਨ ਇਸ ਤਰ੍ਹਾਂ ਵੀ ਆ ਸਕਦਾ, ਜਿਨ੍ਹਾਂ ਮਨੁੱਖਾਂ ਨੂੰ ਰੱਬ ਨਾਲ ਸੱਚਾ ਪਿਆਰ ਹੈ, ਫਰੀਦ ਜੀ ਨੇ ਉਹਨਾਂ ਨੂੰ ਕੀ ਕਿਹਾ ਹੈ। ਤਾਂ ਉਹਨਾਂ ਨੂੰ ਕਿਹਾ ਸੱਚੇ ਪ੍ਰੇਮੀ। ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਤੇ ਮੂੰਹ ਵਿੱਚ ਕੁਝ ਹੋਰ ਹੋਵੇ, ਅਜਿਹੇ ਆਸ਼ਕ ਪ੍ਰੇਮੀ ਕਿਹੋ ਜਿਹੇ ਹੁੰਦੇ ਹਨ। ਤਾਂ ਇਹੋ ਜਿਹੇ ਕੱਚੇ ਹੁੰਦੇ ਆ, ਝੂਠੇ ਹੁੰਦੇ ਆ। ਠੀਕ ਹੈ, ਰੱਬ ਦੇ ਪਿਆਰ ਦੇ ਰੰਗ ਵਿੱਚ ਤੇ ਰੱਬ ਦੇ ਦੀਦਾਰ ਦੇ ਰੰਗ ਵਿੱਚ ਰੰਗੇ ਹੋਏ ਮਨੁੱਖ ਕਿਹੋ ਜਿਹੇ ਹੁੰਦੇ ਆ। ਤਾਂ ਉਹੀ ਅਸਲ ਮਨੁੱਖ ਹੁੰਦੇ ਆ। ਰੱਬ ਦੇ ਨਾਮ ਨੂੰ ਭੁੱਲ ਜਾਣ ਵਾਲੇ ਮਨੁੱਖ ਬਾਰੇ ਸ਼ੇਖ ਫਰੀਦ ਜੀ ਕੀ ਕਹਿੰਦੇ ਆ, ਵੀ ਉਹ ਲੋਕ ਆ ਜਿਹੜੇ ਉਹ ਧਰਤੀ ਉੱਤੇ ਭਾਰ ਹੈ। ਜਿਨ੍ਹਾਂ ਨੂੰ ਰੱਬ ਨੇ ਆਪਣੇ ਲੜ ਲਾਇਆ ਹੈ, ਉਹ ਰੱਬ ਦੇ ਦਰ ਤੋਂ ਕਿਸ ਚੀਜ਼ ਦੀ ਖੈਰ ਮੰਗਦੇ ਹਨ। ਤਾਂ ਉਹ ਇਸ਼ਕ ਦੀ ਖੈਰ ਮੰਗਦੇ ਆ, ਰੱਬ ਦੇ ਇਸ਼ਕ ਦੀ। ਜਿਨ੍ਹਾਂ ਨੂੰ ਰੱਬ ਨੇ ਆਪਣੇ ਲੜ ਲਾਇਆ ਹੈ, ਉਹ ਕਿਸ ਦੇ ਦਰ ਦੇ ਫਕੀਰ ਹਨ। ਤਾਂ ਉਹ ਰੱਬ ਦੇ ਦਰ ਦੇ ਫਕੀਰ ਹੈ। ਅੱਗੇ ਦੇਖੋ, ਕਈ ਵਾਰ ਖਾਲੀ ਸਥਾਨ ਵੀ ਆ ਜਾਂਦਾ ਇਸ ਤਰ੍ਹਾਂ, ਜਿਵੇਂ ਉਹਨਾਂ ਮਨੁੱਖਾਂ ਨੂੰ ਜਨਮ ਦੇਣ ਵਾਲੀ ਮਾਂ ਭਾਗਾਂ ਵਾਲੀ ਹੈ, ਧੰਨ ਹੈ ਉਹ ਮਾਂ ਜਿਨ੍ਹਾਂ ਨੂੰ ਪਰਮਾਤਮਾ ਆਪਣੇ ਡੈਸ਼ ਲਾਉਂਦਾ ਹੈ। ਤਾਂ ਉਹ ਜਿਨ੍ਹਾਂ ਨੂੰ ਪਰਮਾਤਮਾ ਆਪਣੇ ਲੜ ਲਾਉਂਦਾ ਹੈ, ਬੀ ਆਪਸ਼ਨ ਆਏਗਾ। ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਲੜ ਲਾਉਂਦਾ ਹੈ, ਉਹਨਾਂ ਦਾ ਇਸ ਦੁਨੀਆ ਉੱਤੇ ਆਉਣਾ ਡੈਸ਼ ਹੈ। ਤਾਂ ਕੀ ਹੈ, ਉਹਨਾਂ ਦਾ ਇਸ ਦੁਨੀਆ ਦੇ ਉੱਤੇ ਆਉਣਾ ਸਫਲ ਹੈ। ਠੀਕ ਹੈ, ਉਹੀ ਲੋਕ ਸਫਲ ਹੈ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਲੜ ਲਾਇਆ। ਸ਼ੇਖ ਫਰੀਦ ਜੀ ਕਿਸ ਨੂੰ ਪਰਵਤਗਾਰ, ਅਪਾਰ, ਅਗੰਮ, ਬੇਅੰਤ ਤੇ ਬਖਸ਼ਣਹਾਰ ਆਖਦੇ ਹਨ। ਤਾਂ ਪਰਮਾਤਮਾ ਨੂੰ ਆਖਦੇ ਆ ਉਹ। ਸ਼ੇਖ ਫਰੀਦ ਜੀ ਨੇ ਸੱਚ ਕਿਸ ਨੂੰ ਕਿਹਾ ਹੈ। ਤਾਂ ਸੱਚ ਵੀ ਉਹਨਾਂ ਨੇ ਪਰਮਾਤਮਾ ਨੂੰ ਕਿਹਾ। ਸ਼ੇਖ ਫਰੀਦ ਜੀ ਕਿਹਨਾਂ ਦੇ ਪੈਰ ਚੁੰਮਣ ਦੀ ਗੱਲ ਕਰਦੇ ਆ, ਜਿਹੜੇ ਸੱਚ ਨੂੰ ਪਛਾਣਦੇ ਹਨ, ਉਹਨਾਂ ਲੋਕਾਂ ਦੇ ਪੈਰ ਚੁੰਮਣ ਦੀ ਗੱਲ ਸ਼ੇਖ ਫਰੀਦ ਜੀ ਕਰਦੇ ਆ। ਸ਼ੇਖ ਫਰੀਦ ਜੀ ਕਿਸ ਦੀ ਪਨਾਹ ਦੀ ਗੱਲ ਕਰਦੇ ਆ। ਤਾਂ ਪਰਮਾਤਮਾ ਦੀ ਪਨਾਹ ਦੀ, ਪਰਮਾਤਮਾ ਦੇ ਆਸਰੇ ਦੀ ਗੱਲ ਕਰਦੇ ਆ ਉਹ। ਸ਼ੇਖ ਫਰੀਦ ਜੀ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ ਸ਼ਲੋਕ ਵਿੱਚ ਖੁਦਾ ਪਰਮਾਤਮਾ ਤੋਂ ਕਿਸ ਚੀਜ਼ ਦੀ ਖੈਰ ਮੰਗਦੇ ਆ। ਤਾਂ ਬੰਦਗੀ ਦੀ ਖੈਰ ਮੰਗਦੇ ਆ। ਉਹ ਕਹਿੰਦੇ ਆ ਵੀ ਹੇ ਪਰਮਾਤਮਾ, ਮੈਨੂੰ ਤੂੰ ਇਹੋ ਜਿਹਾ ਜੀਵਨ ਦੇ ਵੀ ਮੈਂ ਤੇਰੀ ਬੰਦਗੀ ਕਰਾਂ, ਭਜਨ ਬੰਦਗੀ ਦੀ। ਫਰੀਦ ਜੀ ਮਨੁੱਖ ਨੂੰ ਸਾਰਿਆਂ ਵਿੱਚ ਪਰਮਾਤਮਾ ਦਾ ਨਿਵਾਸ ਦੇਖਣ ਖਾਤਰ ਕੀ ਬਣ ਜਾਣ ਲਈ ਕਹਿੰਦੇ ਆ। ਤੇ ਉਹ ਕਹਿੰਦੇ ਵੀ ਰਸਤੇ ਦੀ ਦੱਬ ਬਣ ਜਾ। ਠੀਕ ਹੈ, ਰਾਹ ਦੇ ਵਿੱਚ ਜਿਹੜਾ ਘਾਹ ਉੱਗਿਆ ਵਾ ਹੁੰਦਾ ਉਹ ਬਣ ਜਾ, ਜਾਂ ਸਹਿਨਸ਼ੀਲ ਤੇ ਨਿਰਮਾਣ ਬਣਨ ਲਈ ਕਹਿੰਦੇ ਆ। ਫਰੀਦ ਜੀ ਮਨੁੱਖ ਨੂੰ ਪਰਮਾਤਮਾ ਦੀ ਪ੍ਰਾਪਤੀ ਲਈ ਕਿਹੜੀ ਚੀਜ਼ ਧਾਰਨ ਦਾ ਉਪਦੇਸ਼ ਦਿੰਦੇ ਆ। ਤਾਂ ਨਿਮਰਤਾ ਧਾਰਨ ਦਾ
ਤਾਂ ਹੀ ਉਹ ਕਹਿੰਦੇ ਆ ਨਾ ਵੀ ਤੂੰ ਰਸਤੇ ਦੀ ਦੱਬ ਬਣ ਜਾ, ਠੀਕ ਹੈ, ਸਹਿਣਸ਼ੀਲ ਬਣ, ਨਿਰਮਾਣ ਬਣ। ਪਰਮਾਤਮਾ ਦੇ ਦਰ ਉੱਤੇ ਕਿਹੜਾ ਮਨੁੱਖ ਕਬੂਲ ਹੁੰਦਾ ਹੈ? ਤਾਂ ਨਿਮਰਤਾ ਧਾਰਨ ਵਾਲਾ ਮਨੁੱਖ ਹੈ ਜਿਹੜਾ ਉਹ ਕਬੂਲ ਹੁੰਦਾ। ਸ਼ੇਖ ਫਰੀਦ ਜੀ ਕਿਸ ਦੀ ਨਿੰਦਿਆ ਕਰਨ ਤੋਂ ਵਰਜਦੇ ਹਨ? ਤਾਂ ਖਾਕ ਦੀ। ਖਾਕ ਹੁੰਦੀ ਹੈ ਮਿੱਟੀ। ਦੇਖੋ ਕਹਿੰਦੇ ਮਿੱਟੀ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਕਿਉਂਕਿ ਮਿੱਟੀ ਜੇ ਜਿਉਂਦੇ ਬੰਦੇ ਦੇ ਪੈਰ ਥੱਲੇ ਆ ਤਾਂ ਮਰਿਆਂ ਦੇ ਉੱਪਰ ਹੁੰਦੀ ਹੈ। ਸ਼ੇਖ ਫਰੀਦ ਜੀ ਦੇ ਸ਼ਲੋਕ ਅਨੁਸਾਰ ਜਿਹੜੇ ਜਿਉਂਦੇ ਮਨੁੱਖਾਂ ਦੇ ਪੈਰਾਂ ਹੇਠ ਤੇ ਮਰਨ ਉਪਰੰਤ ਕਿਹੜੀ ਚੀਜ਼ ਉੱਪਰ ਹੁੰਦੀ ਹੈ? ਤਾਂ ਖਾਕ, ਮਿੱਟੀ ਹੁੰਦੀ ਹੈ ਜਿਹੜੀ ਉਹ ਉੱਪਰ ਹੁੰਦੀ ਹੈ। ਫਰੀਦ ਜੀ ਵਿਸ ਭਰੀਆਂ ਗੰਦਲਾਂ ਕਿਸ ਨੂੰ ਕਹਿੰਦੇ ਹਨ? ਜਾਂ ਫਿਰ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ। ਸ਼ਲੋਕ ਵਿੱਚ ਫਰੀਦ ਜੀ ਵਿਸ ਗੰਦਲਾਂ ਕਿਸ ਨੂੰ ਕਿਹਾ ਉਹਨਾਂ ਨੇ? ਤਾਂ ਸੰਸਾਰਕ ਪਦਾਰਥਾਂ ਨੂੰ ਕਿਹਾ। ਫਰੀਦਾ ਇਹ ਵਿਸ ਭਰੀਆਂ ਗੰਦਲਾਂ ਵਾਲੇ ਸ਼ਲੋਕ ਵਿੱਚ ਮਨੁੱਖ ਨੂੰ ਕਿਸ ਚੀਜ਼ ਦਾ ਮੋਹ ਕਰਨ ਤੋਂ ਵਰਜਿਆ? ਤਾਂ ਸੰਸਾਰਕ ਪਦਾਰਥਾਂ ਦਾ। ਫਰੀਦ ਜੀ ਸੰਸਾਰਕ ਪਦਾਰਥਾਂ ਦੀ ਖੇਤੀ ਕਰਨ ਨਾਲੋਂ ਕਿਹੜੀ ਗੱਲ ਵੱਲ ਤਰਜੀਹ ਦਿੰਦੇ ਆ? ਤਾਂ ਨੇਕ ਅਮਲ ਕਰਨ ਦੇ ਵੱਲ ਉਹ ਤਰਜੀਹ ਦਿੰਦੇ ਆ। ਕਿਸ ਨਦੋਸੇ ਨੂੰ ਮਾਰ ਪੈਂਦੀ ਹੈ? ਤਾਂ ਘੜਿਆਲ ਨੂੰ, ਠੀਕ ਹੈ। ਫਰੀਦ ਦਰ ਦਰਵਾਜ਼ੇ ਜਾਇਕੇ ਵਾਲੇ ਸ਼ਲੋਕ ਵਿੱਚ ਮਨੁੱਖ ਨੂੰ ਕਿਸ ਗੱਲ ਤੋਂ ਵਰਜਿਆ ਗਿਆ ਹੈ? ਜਾਂ ਫਿਰ ਫਰੀਦ ਜੀ ਫਰੀਦਾ ਦਰ ਦਰਵਾਜ਼ੇ ਜਾਇਕੇ ਕਿਉਂ ਡਿੱਠੋ ਘੜਿਆਲ। ਤਾਂ ਸ਼ਲੋਕ ਵਿੱਚ ਘੜਿਆਲ ਦੀ ਉਦਾਹਰਨ ਦੇ ਕੇ ਕਿਹੜੀ ਗੱਲ ਤੋਂ ਸੁਚੇਤ ਕਰਦੇ ਆ? ਤਾਂ ਗੁਨਾਹ ਕਰਨ ਤੋਂ, ਵੀ ਕੋਈ ਵੀ ਗੁਨਾਹ ਨਹੀਂ ਕਰਨਾ ਚਾਹੀਦਾ ਮਨੁੱਖ ਨੂੰ, ਕਿਉਂਕਿ ਜਿਹੜਾ ਘੜਿਆਲ ਆ ਉਹ ਤਾਂ ਕੋਈ ਵੀ ਗੁਨਾਹ ਨਹੀਂ ਕਰਦਾ ਤਾਂ ਵੀ ਉਹ ਕੁੱਟਿਆ ਜਾ ਰਿਹਾ, ਮਾਰਿਆ ਜਾ ਰਿਹਾ, ਅਤੇ ਇਸ ਕਰਕੇ ਗੁਨਾਹ ਕਰਨ ਵਾਲੇ ਬੰਦੇ ਦਾ ਤਾਂ ਬਹੁਤ ਹੀ ਬੁਰਾ ਹਾਲ ਹੋਵੇਗਾ। ਫਰੀਦਾ ਬਾਹਰ ਪਰਾਈਏ ਬੈਸਣਾ ਸ਼ਲੋਕ ਵਿੱਚ ਕਿਹੜੀ ਗੱਲ ਨੂੰ ਪਸੰਦ ਨਹੀਂ ਕੀਤਾ ਗਿਆ? ਮੁਥਾਜੀ ਹੋਣ ਨੂੰ। ਕਿਸੇ ਦਾ ਮਤਲਬ ਪਰਾਏ ਬਾਹਰ ਬੈਠਣ ਨੂੰ ਇਹ ਸਹੀ ਨਹੀਂ ਮੰਨਦੇ ਸੀ, ਠੀਕ ਹੈ, ਇਸ ਗੱਲ ਨੂੰ ਨਹੀਂ ਪਸੰਦ ਕੀਤਾ ਗਿਆ। ਫਰੀਦਾ ਬਾਹਰ ਪਰਾਏ ਬੈਸਣਾ ਸ਼ਲੋਕ ਵਿੱਚ ਕਿਹੜੇ ਜੀਵਨ ਨਾਲੋਂ ਮੌਤ ਨੂੰ ਤਰਜੀਹ ਦਿੱਤੀ ਗਈ ਹੈ? ਮੁਥਾਜੀ ਹੋਣ ਨਾਲੋਂ, ਕਿਸੇ ਦਾ ਗੁਲਾਮ ਹੋਣ ਨਾਲੋਂ ਕਹਿੰਦਾ ਮਰ ਜਾਣਾ ਚੰਗਾ। ਫਰੀਦ ਜੀ ਅਨੁਸਾਰ ਕੌਣ ਕਪਾਹ ਵਾਂਗ ਪਿੰਜੇ, ਤਿਲਾਂ ਦੇ ਕਮਾਦ ਵਾਂਗ ਪੀੜੇ, ਕਾਗਜ਼ ਵਾਂਗ ਵੇਲੇ ਅਤੇ ਬਲਦੇ ਕੋਲਿਆਂ ਉੱਤੇ ਪਤੀਲੇ ਵਾਂਗ ਤਪਾਏ ਜਾਂਦੇ ਹਨ? ਤਾਂ ਮੰਦੇ ਅਮਲ ਕਰਨ ਵਾਲੇ ਜਾਂ ਮੰਦੇ ਕੰਮ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਕੀਤਾ ਜਾਂਦਾ ਰੱਬ ਦੀ ਦਰਗਾਹ ਦੇ ਵਿੱਚ। ਫਰੀਦ ਜੀ ਕਪਾਹ, ਤਿਲ, ਕਮਾਦ, ਕਾਗਜ਼ ਤੇ ਮਿੱਟੀ ਦੀ ਹਾਂਡੀ ਦੀ ਹਾਲਤ ਦੱਸ ਕੇ ਕਿਹੜੇ ਕੰਮਾਂ ਤੋਂ ਸੁਚੇਤ ਕਰਦੇ ਆ? ਮੰਦੇ ਅਮਲਾਂ ਤੋਂ, ਮੰਦੇ ਕੰਮਾਂ ਤੋਂ ਸੁਚੇਤ ਕਰਦੇ ਆ ਵੀ ਤੁਹਾਡੀ ਹਾਲਤ ਕਪਾਹ ਵਰਗੀ ਜਾਂ ਤਿਲਾਂ ਵਰਗੀ ਜਾਂ ਕਮਾਦ ਵਰਗੀ ਹੋ ਜਾਊਗੀ, ਇਸ ਕਰਕੇ ਮੰਦੇ ਕੰਮ ਨਾ ਕਰੋ। ਫਰੀਦਾ ਕਿੱਥੇ ਤੈਨੇ ਮਾਪਿਆਂ ਵਾਲੇ ਸ਼ਲੋਕ ਵਿੱਚ ਮਨੁੱਖ ਨੂੰ ਕਿਸ ਗੱਲ ਤੋਂ ਖਬਰਦਾਰ ਕੀਤਾ ਗਿਆ? ਕਿੱਥੇ ਚਲੇ ਗਏ ਤੇਰੇ ਮਾਪੇ, ਠੀਕ ਹੈ। ਮਨੁੱਖ ਨੂੰ ਕਿਹੜੀ ਗੱਲੋਂ ਬੇਪਰਵਾਹ ਨਹੀਂ ਹੋਣਾ ਚਾਹੀਦਾ? ਤਾਂ ਮੌਤ ਤੋਂ ਬੇਪਰਵਾਹ ਨਹੀਂ ਹੋਣਾ ਚਾਹੀਦਾ। ਫਰੀਦ ਕਿੱਥੇ ਤੈੜੇ ਮਾਪਿਆਂ ਜਿੰਨੀ ਤੋਂ ਜਨਿਓ। ਤਾਂ ਇਸ ਸ਼ਲੋਕ ਦੇ ਵਿੱਚ ਦੇਖੋ ਕੀ ਕਹਿੰਦੇ ਆ ਵੀ ਸੰਸਾਰਕ ਨਾਸ਼ਮਾਨਤਾ ਦੇ ਨਾਲ ਇਹਦਾ ਸੰਬੰਧ ਹੈ, ਜਿਵੇਂ ਤੇਰੇ ਮਾਪੇ ਚਲੇ ਗਏ ਇੱਕ ਦਿਨ ਤੂੰ ਵੀ ਚਲਿਆ ਜਾਣਾ, ਠੀਕ ਹੈ, ਇਸ ਕਰਕੇ ਸੰਸਾਰ ਹੈ ਜਿਹੜਾ ਉਹ ਨਾਸ਼ਮਾਨ ਹੈ। ਫਰੀਦ ਜੀ ਅਨੁਸਾਰ ਬੁਰੇ ਦਾ ਭਲਾ ਕਰਨ ਤੇ ਗੁੱਸਾ ਮਨ ਵਿੱਚ ਨਾ ਰੱਖਣ ਦਾ ਸਰੀਰ ਉੱਪਰ ਕੀ ਅਸਰ ਹੁੰਦਾ ਹੈ? ਤਾਂ ਦੇਹੀ ਹੈ ਜਿਹੜੀ ਉਹ ਅਰੋਗ ਰਹਿੰਦੀ ਹੈ, ਕੋਈ ਰੋਗ ਨਹੀਂ ਲੱਗਦਾ ਜੇ ਸਾਨੂੰ ਗੁੱਸਾ ਨਹੀਂ ਆਉਂਦਾ ਜਾਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਸਾਡੀ ਦੇਹੀ ਨੂੰ ਕੋਈ ਰੋਗ ਨਹੀਂ ਲੱਗਦਾ। ਸ਼ੇਖ ਫਰੀਦ ਜੀ ਅਨੁਸਾਰ ਸਰੀਰ ਨੂੰ ਨਿਰੋਗ ਰੱਖਣ ਲਈ ਕਿਹੜਾ ਗੁਣ ਧਾਰਨ ਕਰਨਾ ਚਾਹੀਦਾ? ਤਾਂ ਗੁੱਸਾ ਮਨ ਵਿੱਚ ਨਾ ਰੱਖਣ ਵਾਲਾ। ਫਰੀਦਾ ਬੁਰੇ ਦਾ ਭਲਾ ਕਰ ਵਾਲੇ ਸ਼ਲੋਕ ਵਿੱਚ ਮਨੁੱਖ ਨੂੰ ਕੀ ਉਪਦੇਸ਼ ਦਿੱਤਾ ਗਿਆ? ਤਾਂ ਬੁਰੇ ਦਾ ਭਲਾ ਕਰਨ ਦਾ ਉਪਦੇਸ਼ ਦਿੱਤਾ ਗਿਆ, ਠੀਕ ਹੈ, ਇਸ ਕਰਕੇ ਗੁੱਸਾ ਨਹੀਂ ਕਰਨਾ ਮਨ ਦੇ ਵਿੱਚ ਅਤੇ ਬੁਰੇ ਦਾ ਭਲਾ ਕਰਨਾ। ਮਨੁੱਖ ਨੂੰ ਬੁਰਾ ਕਰਨ ਵਾਲੇ ਨਾਲ ਕਿਹੋ ਜਿਹਾ ਵਰਤਾਓ ਕਰਨਾ ਚਾਹੀਦਾ? ਤਾਂ ਉਹਦੇ ਨਾਲ ਭਲਾ ਵਰਤਾਓ ਕਰਨਾ ਚਾਹੀਦਾ, ਠੀਕ ਹੈ, ਬੁਰਾ ਨਹੀਂ ਕਰਨਾ ਚਾਹੀਦਾ। ਫਰੀਦਾ ਮੈਂ ਜਾਣਿਆ ਦੁੱਖ ਮੁਝਕੋ ਵਾਲੇ ਸ਼ਲੋਕ ਵਿੱਚ ਮਨੁੱਖ ਨੂੰ ਕੀ ਸਿੱਖਿਆ ਦਿੱਤੀ ਗਈ ਹੈ? ਵੀ ਦੁੱਖਾਂ ਤੋਂ ਘਬਰਾਉਣ ਦੀ ਲੋੜ ਨਹੀਂ, ਦੁੱਖ ਤਾਂ ਸਾਰੀ ਦੁਨੀਆ ਨੂੰ ਹੀ ਹੈ। ਉੱਚੇ ਚੜ੍ਹ ਕੇ ਦੇਖਣ ਨਾਲ ਘਰ ਘਰ ਕਾਹਦੀ ਅੱਗ ਲੱਗੀ ਦਿਖਾਈ ਦਿੰਦੀ ਹੈ? ਤਾਂ ਦੁੱਖਾਂ ਦੀ ਅੱਗ ਲੱਗੀ ਦਿਖਾਈ ਦਿੰਦੀ ਹੈ। ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ ਸਤਰ ਵਿੱਚ ਉੱਚੇ ਚੜ੍ਹ ਕੇ ਤੋਂ ਕੀ ਭਾਵ ਹੈ? ਕਿ ਆਪਣੇ ਦੁੱਖ ਤੋਂ ਉਚੇਰਾ ਉੱਠ ਕੇ, ਠੀਕ ਹੈ, ਆਪਣੇ ਤੋਂ ਉੱਚਾ ਉੱਠ ਕੇ ਦੇਖ ਵੀ ਲੋਕਾਂ ਨੂੰ ਕਿੰਨਾ ਦੁੱਖ ਹੈ, ਤਾਂ ਬੀ ਉੱਤਰ ਹੈ ਜਿਹੜਾ ਉਹ ਸਾਡਾ ਸਹੀ ਹੋਵੇਗਾ। ਫਰੀਦ ਜੀ ਅਨੁਸਾਰ ਸੰਸਾਰ ਕਿਸ ਚੀਜ਼ ਨਾਲ ਭਰਿਆ ਪਿਆ ਹੈ? ਤਾਂ ਦੁੱਖਾਂ ਦੇ ਨਾਲ ਭਰਿਆ ਪਿਆ ਸੰਸਾਰ ਸਾਰਾ। ਫਰੀਦ ਜੀ ਅਨੁਸਾਰ ਘਰ ਘਰ ਕਾਹਦੀ ਅੱਗ ਲੱਗੀ ਹੋਈ ਦਿਖਾਈ ਦਿੰਦੀ ਹੈ? ਤਾਂ ਮੌਤ ਦੀ ਅੱਗ। ਫਰੀਦ ਜੀ ਅਨੁਸਾਰ ਪੰਛੀ ਕਿਸ ਦਾ ਆਸਰਾ ਨਹੀਂ ਛੱਡਦੇ? ਤਾਂ ਪੰਛੀ ਰੱਬ ਦਾ ਆਸਰਾ ਨਹੀਂ ਛੱਡਦੇ। ਫਰੀਦ ਜੀ ਕਿਹਨਾਂ ਤੋਂ ਬਲਿਹਾਰੇ ਜਾਂਦੇ ਹਨ? ਤਾਂ ਪੰਛੀਆਂ ਤੋਂ, ਠੀਕ ਹੈ। ਫਰੀਦ ਜੀ ਅਨੁਸਾਰ ਕੌਣ ਜੰਗਲਾਂ ਵਿੱਚ ਰਹਿੰਦੇ ਹਨ ਅਤੇ ਸਾਦਾ ਜੀਵਨ ਗੁਜ਼ਾਰਦੇ ਆ? ਤਾਂ ਉਹ ਵੀ ਪੰਛੀ। ਜੀਵ ਇਸਤਰੀ ਕਿਸ ਨੂੰ ਵਸ ਕਰਨਾ ਚਾਹੁੰਦੀ ਹੈ? ਤਾਂ ਪਰਮਾਤਮਾ ਰੂਪੀ ਪਤੀ ਨੂੰ ਵਸ ਦੇ ਵਿੱਚ ਕਰਨਾ ਚਾਹੁੰਦੀ ਹੈ। ਫਰੀਦ ਜੀ ਜੀਵ ਇਸਤਰੀ ਨੂੰ ਕਿਹੜਾ ਅੱਖਰ ਧਾਰਨ ਲਈ ਕਹਿੰਦੇ ਆ? ਤਾਂ ਨਿਮਰਤਾ ਧਾਰਨ ਦੇ ਲਈ ਕਹਿੰਦੇ ਆ ਉਹ। ਫਰੀਦ ਜੀ ਜੀਵ ਇਸਤਰੀ ਨੂੰ ਕਿਹੜਾ ਗੁਣ ਧਾਰਨ ਕਰਨ ਲਈ ਕਹਿੰਦੇ ਆ? ਤਾਂ ਸਹਿਣਸ਼ੀਲਤਾ ਦਾ।
ठीक है। 3 ਮੰਤਰ ਦੱਸੇ ਸੀ ਨਾ ਉਹਨਾਂ ਨੇ। ਇਹਦੇ ਵਿੱਚ ਦੇਖੋ ਫਰੀਦ ਜੀ ਜੀਵ ਇਸਤਰੀ ਨੂੰ ਕਿਹੜਾ ਸ਼੍ਰੋਮਣੀ ਮੰਤਰ ਧਾਰਨ ਲਈ ਕਹਿੰਦੇ ਆ? ਤਾਂ ਮਿੱਠਾ ਬੋਲਣ ਦਾ। ਫਰੀਦ ਜੀ ਜੀਵ ਇਸਤਰੀ ਨੂੰ ਪ੍ਰਮਾਤਮਾ ਨੂੰ ਵਸ ਵਿੱਚ ਕਰਨ ਲਈ ਕਿੰਨੇ ਗੁਣ ਧਾਰਨ ਲਈ ਕਹਿੰਦੇ ਆ? ਤਾਂ 3 ਗੁਣ ਧਾਰਨ ਕਰਨ ਦੇ ਲਈ ਕਹਿੰਦੇ ਆ। ਤੇ ਅੱਗੇ ਦੇਖੋ ਟਰੂ ਫਾਲਸ, ਸਹੀ ਗਲਤ ਦਾ ਦੱਸਣਾ ਆਪਾਂ। ਠੀਕ ਹੈ। ਜਿਨ੍ਹਾਂ ਨੂੰ ਰੱਬ ਦਾ ਨਾਂ ਭੁੱਲ ਗਿਆ ਹੈ ਉਹ ਧਰਤੀ 'ਤੇ ਨਿਰਾ ਭਾਰ ਹਨ, ਤਾਂ ਸਹੀ ਗੱਲ ਹੈ ਇਹ। ਠੀਕ ਹੈ, ਟਰੂ ਆਏਗਾ। ਫਰੀਦ ਜੀ ਅਨੁਸਾਰ ਪੰਛੀ ਰੱਬ ਦਾ ਆਸਰਾ ਛੱਡ ਦਿੰਦੇ ਹਨ, ਤਾਂ ਗਲਤ ਹੈ, ਕਿਉਂਕਿ ਪੰਛੀ ਆ ਜਿਹੜੇ ਉਹ ਰੱਬ ਦਾ ਆਸਰਾ ਤੱਕਦੇ ਆ। ਮਨੁੱਖ ਨੂੰ ਖਾਕ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਸਹੀ ਹੈ, ਕਿਉਂਕਿ ਮਿੱਟੀ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਮਨੁੱਖ ਨੂੰ, ਕਿਹਾ ਫਰੀਦ ਜੀ ਨੇ ਇਹ, ਇਸ ਕਰਕੇ ਸਹੀ ਆਏਗਾ ਇਹਦਾ। ਫਰੀਦ ਜੀ ਅਨੁਸਾਰ ਸੰਸਾਰ ਸੁੱਖਾਂ ਨਾਲ ਭਰਿਆ ਹੋਇਆ ਹੈ, ਤਾਂ ਗਲਤ ਹੈ ਇਹ, ਕਿਉਂਕਿ ਸੰਸਾਰ ਦੁੱਖਾਂ ਦਾ ਘਰ ਹੈ, ਇਸ ਕਰਕੇ ਫਾਲਸ ਆਏਗਾ। ਜਿਨ੍ਹਾਂ ਨੂੰ ਰੱਬ ਨੇ ਆਪਣੇ ਲੜ ਲਾ ਲਿਆ ਹੈ ਉਹ ਉਸ ਤੋਂ ਰਹਿਮ ਦੀ ਖੈਰ ਮੰਗਦੇ ਹਨ, ਤਾਂ ਗਲਤ ਹੈ ਇਹ ਵੀ। ਨਿਮਰਤਾ ਧਾਰਨ ਕਰਨ ਵਾਲਾ ਮਨੁੱਖ ਪਰਮਾਤਮਾ ਦੇ ਦਰ ਉੱਤੇ ਕਬੂਲ ਹੁੰਦਾ ਹੈ, ਤਾਂ ਸਹੀ ਹੈ, ਟਰੂ ਆਏਗਾ। ਫਰੀਦ ਜੀ ਅਨੁਸਾਰ ਮਨੁੱਖ ਨੂੰ ਮੌਤ ਵੱਲੋਂ ਬੇਪਰਵਾਹ ਨਹੀਂ ਹੋਣਾ ਚਾਹੀਦਾ, ਤਾਂ ਠੀਕ ਹੈ ਇਹ। ਠੀਕ ਹੈ, ਨਹੀਂ ਬੇਪਰਵਾਹ ਹੋਣਾ ਚਾਹੀਦਾ, ਮੌਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ। ਫਰੀਦ ਜੀ ਅਨੁਸਾਰ ਮਨੁੱਖ ਨੂੰ ਬੁਰਾ ਸਲੂਕ ਕਰਨ ਵਾਲੇ ਨਾਲ ਬੁਰਾ ਸਲੂਕ ਹੀ ਕਰਨਾ ਚਾਹੀਦਾ ਹੈ, ਗਲਤ ਹੈ, ਕਿਉਂਕਿ ਫਰੀਦਾ ਬੁਰੇ ਦਾ ਭਲਾ ਸਲੂਕ ਕਰਨਾ ਚਾਹੀਦਾ ਉਸ ਦੇ ਨਾਲ, ਇਸ ਕਰਕੇ ਗਲਤ ਆਏਗਾ ਇਹਦਾ। ਸ਼ੇਖ ਫਰੀਦ ਜੀ ਗੁਰਮਤਿ ਕਾਵਧਾਰਾ ਦੇ ਕਵੀ ਸਨ, ਤਾਂ ਗਲਤ ਹੈ, ਤਾਂ ਉਹ ਕਿਹੜੀ ਕਾਵਧਾਰਾ ਦੇ ਸੀ? ਸੂਫੀ ਕਾਵਧਾਰਾ ਦੇ। ਅੱਗੇ ਆ ਗਏ ਢੁੱਕਵੇਂ ਖਾਲੀ ਸਥਾਨ। ਠੀਕ ਹੈ, ਤਾਂ ਇਹਦੇ ਵਾਸਤੇ ਸਾਨੂੰ ਦੇਖੋ ਸਾਰੇ ਸ਼ਲੋਕ ਆ ਜਿਹੜੇ ਉਹਨਾਂ ਦੀਆਂ ਲਾਈਨਾਂ ਯਾਦ ਕਰਨੀਆਂ ਪੈਣਗੀਆਂ, ਤਾਂ ਕਿ ਅਸੀਂ ਸਹੀ ਤਰੀਕੇ ਦੇ ਨਾਲ ਖਾਲੀ ਸਥਾਨ ਯਾਦ ਕਰ ਸਕੀਏ। ਜਿਵੇਂ ਵਿਸਰਿਆ ਜਿਨ ਡੈਸ਼ ਤੇ ਭੋਏ ਭਾਰਥੇ, ਤਾਂ ਜਿਨ੍ਹਾਂ ਨੇ ਨਾਮ ਵਿਸਰਿਆ, ਤਾਂ ਨਾਮ ਸ਼ਬਦ ਸਪੈਲਿੰਗ ਵੀ ਸਾਨੂੰ ਇਸੇ ਭਾਸ਼ਾ ਦੇ ਵਿੱਚ ਹੀ ਯਾਦ ਕਰਨੇ ਪੈਣਗੇ। ਨਾਮ ਨੰਨੇ ਕੰਨਾ ਮੰਮੇ ਔਂਕੜ। ਪਰਵਤਗਾਰ ਅਪਾਰ ਅਗੰਮ ਡੈਸ਼ ਤੋਂ, ਤਾਂ ਬੇਅੰਤ ਤੋਂ। ਫਰੀਦਾ ਡੈਸ਼ ਨਾ ਨਿੰਦੀ ਹੈ ਖਾਕ ਜੇੜ ਨਾ ਕੋਈ, ਤਾਂ ਖਾਕ ਸ਼ਬਦ ਆਏਗਾ ਇਹਦੇ ਵਿੱਚ। ਮਿੱਟੀ ਨਹੀਂ ਨਿੰਦਣੀ ਚਾਹੀਦੀ, ਮਿੱਟੀ ਜਿੱਡਾ ਕੋਈ ਮਹਾਨ ਨਹੀਂ ਹੈਗਾ। ਫਰੀਦਾ ਇਹ ਵਿਸ ਡੈਸ਼ ਧਰੀਆਂ ਖੰਡ ਲਿਵਾੜ, ਤਾਂ ਗੰਦਲਾਂ। ਫਰੀਦਾ ਕਿੱਥੇ ਤੈਂਡੇ ਡੈਸ਼ ਜਿੰਨੀ ਤੂੰ ਜਨਿਓ, ਤਾਂ ਮਾਪਿਆਂ। ਠੀਕ ਹੈ, ਕਿੱਥੇ ਗਏ ਤੇਰੇ ਮਾਪੇ। ਠੀਕ ਹੈ, ਅੱਗੇ ਹੈਗਾ ਫਰੀਦਾ ਬੁਰੇ ਦਾ ਡੈਸ਼ ਕਰ ਗੁੱਸਾ ਮਨ ਨਾ ਹੰਢਾਏ, ਤਾਂ ਭਲਾ ਕਰ। ਫਰੀਦਾ ਮੈਂ ਜਾਣਿਆ ਡੈਸ਼ ਮੁਝ ਕੋ ਦੁੱਖ ਸਵਾਈਏ ਜੱਗ, ਤਾਂ ਦੁੱਖ। ਫਰੀਦਾ ਹੋ ਡੈਸ਼ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ, ਤਾਂ ਬਲਿਹਾਰੀ। ਹੋ ਬਲਿਹਾਰੀ ਜਾਨਾ ਹਾਂ, ਉਹ ਕਹਿੰਦਾ ਮੈਂ ਉਹਨਾਂ ਪੰਛੀਆਂ ਤੋਂ ਜਿਨ੍ਹਾਂ ਦਾ ਜੰਗਲ ਦੇ ਵਿੱਚ ਵਾਸ ਹੈ। ਪੰਜਾਬੀ ਸੂਫੀ ਕਾਵਧਾਰਾ ਦਾ ਜਨਮ ਕਿਸ ਕਵੀ ਦੀ ਕਵਿਤਾ ਦੇ ਨਾਲ ਹੋਇਆ? ਤਾਂ ਸ਼ੇਖ ਫਰੀਦ ਜੀ ਦੀ ਕਵਿਤਾ ਦੇ ਨਾਲ। ਸ਼ੇਖ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲੇ ਸ਼ਾਹ, ਗੁਲਾਮ ਫਰੀਦ ਕਿਸ ਕਾਵਧਾਰਾ ਦੇ ਕਵੀ ਹਨ? ਤਾਂ ਸੂਫੀ ਕਾਵਧਾਰਾ ਦੇ। ਸ਼ੇਖ ਫਰੀਦ ਜੀ ਦਾ ਜਨਮ ਕਦੋਂ ਹੋਇਆ? 1173 ਈਸਵੀ ਦੇ ਵਿੱਚ, ਅਤੇ ਦੇਹਾਂਤ ਕਦੋਂ ਹੋਇਆ? 1266 ਈਸਵੀ ਵਿੱਚ। ਪੂਰਾ ਨਾਂ ਕੀ ਸੀ ਇਹਨਾਂ ਦਾ? ਦੇਖੋ ਸ਼ੇਖ ਫਰੀਦੋਦੀਨ ਮਸਯੂਦ ਸ਼ਕਰਗੰਜ, ਅਤੇ ਜਨਮ ਕਿਹੜੇ ਪਿੰਡ ਦੇ ਵਿੱਚ ਹੋਇਆ ਇਹਨਾਂ ਦਾ? ਤਾਂ ਖੋਤਵਾਲ ਦੇ ਵਿੱਚ। ਸ਼ੇਖ ਫਰੀਦ ਜੀ ਕਿਸ ਦੇ ਮੁਰੀਦ ਸਨ? ਤਾਂ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਜੀ ਦੇ। ਸ਼ੇਖ ਫਰੀਦ ਜੀ ਦੇ ਕਿੰਨੇ ਸਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ? ਤਾਂ 112 ਸਲੋਕ। ਅਤੇ ਸ਼ੇਖ ਫਰੀਦ ਜੀ ਦੇ ਕਿੰਨੇ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ? ਤਾਂ 4 ਸ਼ਬਦ ਹੈ, 2 ਰਾਗ ਆਸਾ ਦੇ ਵਿੱਚ ਅਤੇ 2 ਰਾਗ ਸੂਹੀ ਵਿੱਚ। ਸ਼ੇਖ ਫਰੀਦ ਜੀ ਦੀ ਬਾਣੀ ਕਿਹੜੇ ਮਹਾਨ ਗ੍ਰੰਥ ਵਿੱਚ ਦਰਜ ਹੈ? ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਅਤੇ ਫਰੀਦ ਜੀ ਦੀ ਰਚਨਾ ਦੀ ਭਾਸ਼ਾ ਕਿਹੜੀ ਸੀ? ਤਾਂ ਮੁਲਤਾਨੀ ਪੰਜਾਬੀ। ਸ਼ੇਖ ਫਰੀਦ ਜੀ ਦੀ ਬਾਣੀ ਸ਼ਬਦਾਂ ਤੇ ਡੈਸ਼ ਦੇ ਰੂਪ ਵਿੱਚ ਮਿਲਦੀ ਹੈ, ਤਾਂ ਸਲੋਕਾਂ ਦੇ ਰੂਪ ਦੇ ਵਿੱਚ। ਪੜ੍ਹਿਆ ਆਪਾਂ ਇਹਨਾਂ ਦਾ ਦੇਖੋ ਇਸ ਬੁੱਕ ਦੇ ਵਿੱਚ ਵੀ ਇੱਕ ਸ਼ਬਦ ਅਤੇ ਬਾਕੀ ਦੇ ਸਲੋਕ, ਤਾਂ ਇਸ ਕਰਕੇ ਉਹਨਾਂ ਦੀ ਸ਼ਬਦਾਂ ਅਤੇ ਸਲੋਕਾਂ ਦੇ ਰੂਪ ਦੇ ਵਿੱਚ ਬਾਣੀ ਮਿਲਦੀ ਹੈ। ਤਾਂ ਇਹ ਸਨ ਦੇਖੋ ਸ਼ੇਖ ਫਰੀਦ ਜੀ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਵੀਡੀਓ ਨੂੰ ਧਿਆਨ ਨਾਲ ਦੇਖੋ ਅਤੇ ਸਾਰੇ ਕੁਐਸਚਨ ਆਨਸਰ ਯਾਦ ਕਰੋ, ਤਾਂ ਕਿ ਤੁਹਾਡੇ ਪੇਪਰ ਦੀ ਪੂਰੀ ਤਿਆਰੀ ਹੋ ਸਕੇ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ।